वाहेगुरु 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 वाहेगुरु। परम सम्मान योग जुगो जुग अटल सतगुरु साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर गुरुद्वारा मंजी साहिब दीवान अस्थान विखे अमृत वेले तो सजे हुए इस गुरमत दीवान दी आप जी हाजरी भर रहे हो। सतगुरां दे अमृत बचनां दा कीर्तन आप जी ने सरवण कीता है। अज जो सतगुरु गुरु रामदास जी महाराज हजूर दे पावन पवित्र दरबार सचखंड श्री हरमंदर साहिब जी विखे सतगुरु गुरु ग्रंथ साहिब महाराज जी ने अमृत शब्द समुची मानवता नूं बख्शिश कीता है। अज दा ये मुख वाक्य हुक्मनामा सतगुरु गुरु अर्जन देव जी महाराज उन्हां दी अमृत रसना तो उचारण कीता होया है। इस पवित्र शब्द दी जो सतगुरां ने रहमत भरे सानू विचार बख्शे ने कि लोग अक्सर जिंदगी दे अर्थ दुनियावी तौर ते करते ने, पर सतगुरु गुरु अर्जुन देव कहंदे असल विच जीवन जिंदगी किस नूं कहिंदे आ। संसारी तौर ते इंसान कहंदा है खाण वास्ते पदार्थ स्वादिष्ट होण, भोजन होवे वो अत दा प्रसन्न हुंदा है, जीव दे चस्कियां नूं वो जीवन समझदा है। पर हजूर कहंदे ने नहीं कि जिस दिन परमात्मा दे नाम रस नूं चख लिया, भोजन छक लिया, उस दिन तो बाद जिहड़ियां अंदर दियां भुखां ने वो अपने आप ही मर गईयां ने। दूसरा कि इंसान कहंदा मेरे कोल तन ते पाण वास्ते वस्त्र कपड़े कीमती तो कीमती होण, सचमुच लोग मेरे वस्त्र देख के मेरे वाल आकर्षित होण, मेरी वाल खिंचे आउण। ते गुरु अर्जुन साहिब महाराज कहंदे आ कि पार ब्रह्म परमेश्वर दे नाम भी जुड़ना, ओदा कीर्तन करना, ओदी सिफत करनी प्यारिओ, एदू वड्डा कोई कपड़ा रहमत भरिया है ही नहीं। फिर इंसान कहंदा जिंदगी भी स्वाद तांक है। पुरातन समय सन हाथी घोड़े रथ, अजकल दे समय विच कीमती तो कीमती गड्डी मेरे कोल होवे, जदों मैं चलदा होवां ते लोक देखण, महाराज कहंदे साडे वास्ते हाथी घोड़े ते रथ अपने हिरदे विच पार ब्रह्म परमेश्वर दे राह नूं तकना है, पड़चोलना है। ते असल विच जिहड़ा जीवन है वो है परमात्मा दे बख्शियां होयां दी जिहड़ी साध संगत है, उस विच बैठ के नाम जपना, एदू वड्डा कोई कीमती जीवन है ही नहीं। सतगुरु गुरु अर्जुन देव जी ने अज ये बख्शिश कीती है। आओ आप जितने सतगुरु दी चरण शरण विच इस दीवान खाल विच उपस्थित हो,
ਔਰ ਜੋ ਆਪ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਇਸ ਅਸਥਾਨ ਤੋਂ ਰੋਜ਼ ਕੀਰਤਨ ਕਥਾ ਵਿਚਾਰ ਸਰਵਣ ਕਰ ਰਹੇ ਹੋ, ਕਿਰਪਾ ਕਰਕੇ ਅਸੀਸ ਬਖਸ਼ੋ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਆਪਣੇ ਸ਼ਬਦ ਦੀ ਕਲਾ ਵਰਤਾਓ। ਕਥਨ ਔਰ ਸਰੋਤ, ਬੋਲਣ ਔਰ ਸੁਣਨ, ਦੋਨਾਂ ਦੇ ਹਿਰਦੇ ਵਿੱਚ ਰਸ ਦੀ ਬਖਸ਼ਿਸ਼ ਕਰ ਦੇਵੋ। ਇਕਾਗਰਤਾ ਦੀ ਦਾਤ ਬਖਸ਼ ਕੇ ਆਪ ਵਿੱਚ ਵਰਤ ਕੇ ਵਿਚਾਰ ਕਰਾ ਲਵੋ। ਅਸੀਸ ਬਖਸ਼ੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰਾਗ ਤਨਾਸਰੀ ਹੈ ਔਰ ਇਸ ਤਨਾਸਰੀ ਰਾਗ ਦੇ ਅੰਦਰ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ ਉਹਨਾਂ ਨੇ ਆਪਣੀ ਅੰਮ੍ਰਿਤ ਰਸਨਾ ਤੋਂ ਇਹ ਅੰਮ੍ਰਿਤ ਸ਼ਬਦ ਉਚਾਰਨ ਕੀਤਾ ਹੈ। ਤ੍ਰਿਪਤ ਪਾਈ ਸੱਚ ਭੋਜਨ ਖਾਇਆ। ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਵਿੱਚ ਗੁਰੂ ਪੰਚਮ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਤ੍ਰਿਪਤ ਭਈ। ਤ੍ਰਿਪਤ ਦਾ ਲਫ਼ਜ਼ੀ ਅਰਥ ਵੈਸੇ ਅਸੀਂ ਰਜਨਾ ਕਹਿੰਦੇ ਆ, ਉਂਝ ਤ੍ਰਿਪਤ ਦਾ ਅਰਥ ਹੈ ਅੰਦਰੋਂ ਸ਼ਾਂਤ ਹੋ ਜਾਣਾ, ਪੂਰਨ ਤੌਰ ਤੇ ਟਿਕ ਜਾਣਾ। ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਤ੍ਰਿਪਤ ਭਈ ਸੱਚ ਭੋਜਨ ਖਾਇਆ। ਜਦੋਂ ਜਿਸ ਇਨਸਾਨ ਨੇ ਸੱਚ ਇਹ ਵੇ ਕਿ ਪਰਮਾਤਮਾ ਦੇ ਨਾਮ ਦੇ ਭੋਜਨ ਨੂੰ ਛਕ ਲਿਆ, ਜਿਸ ਨੇ ਸਿਮਰਨ ਨੂੰ ਆਪਣੀ ਖੁਰਾਕ ਬਣਾ ਲਿਆ, ਤੇ ਹਕੀਕਤ ਇਹ ਵੇ ਉਹ ਆਪਣੇ ਅੰਦਰੋਂ ਪੂਰਨ ਤੌਰ ਤੇ ਤ੍ਰਿਪਤ ਹੋ ਜਾਂਦਾ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ। ਜਿਸ ਨੇ ਸੱਚੇ ਨਾਮ ਭੋਜਨ ਨੂੰ ਛਕ ਲਿਆ ਉਹ ਆਪਣੇ ਅੰਦਰ ਤੋਂ ਤ੍ਰਿਪਤ ਹੋਇਆ ਹੈ। ਮਨ ਤਨ ਰਸਨਾ ਨਾਮ ਧਿਆਇਆ। ਪਰ ਅਸਲ 'ਚ ਉਹ ਭੋਜਨ ਛਕਿਆ ਕਿਵੇਂ ਜਾਂਦਾ ਹੈ? ਉਸ ਸੱਚ ਦੇ ਭੋਜਨ ਨੂੰ ਕਿਵੇਂ ਅਸੀਂ ਖਾ ਸਕਨੇ ਆ? ਤੇ ਸਤਿਗੁਰੂ ਫਿਰ ਅੱਗੇ ਬਖਸ਼ਿਸ਼ ਕਰਦੇ ਨੇ ਮਨ ਕਰਕੇ, ਹਿਰਦੇ ਕਰਕੇ ਤੇ ਆਪਣੀ ਰਸਨਾ ਕਰਕੇ ਉਹਨੇ ਕਰਤੇ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਇਆ ਹੈ। ਫਿਰ ਬੇਨਤੀ ਹੈ ਕਿ ਅੰਦਰ ਨੂੰ ਤ੍ਰਿਪਤੀ ਮਿਲ ਗਈ, ਅੰਦਰ ਪੂਰਨ ਤੌਰ ਤੇ ਰੱਜ ਗਿਆ, ਤੇ ਰੱਜਿਆ ਇਸ ਕਰਕੇ ਸੱਚਾ ਭੋਜਨ ਛਕਿਆ। ਤੇ ਉਹ ਸੱਚਾ ਭੋਜਨ ਕਿਵੇਂ ਛਕਿਆ ਹੈ ਕਿ ਮਹਾਰਾਜ ਕਹਿੰਦੇ ਨੇ ਉਹ ਸੱਚਾ ਭੋਜਨ ਪਰਮਾਤਮਾ ਦਾ ਨਾਮ ਹੈ। ਮਨ ਕਰਕੇ, ਹਿਰਦੇ ਤਨ ਕਰਕੇ, ਤੇ ਮਹਾਰਾਜ ਕਹਿੰਦੇ ਨੇ ਆਪਣੀ ਰਸਨਾ ਕਰਕੇ। ਇਉਂ ਸ਼ਬਦ ਵਰਤਾ ਮਨ ਤਨ ਰਸਨਾ ਕਰਕੇ ਕਰਤੇ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਦੋਂ ਜਪਿਆ ਧਿਆਇਆ ਤੇ ਸੱਚ ਇਹ ਵੇ ਮਨ ਪੂਰਨ ਤੌਰ ਤੇ ਤ੍ਰਿਪਤ ਹੋ ਗਿਆ। ਇਹ ਸਤਿਗੁਰਾਂ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਦੇ ਅੰਦਰ ਪਹਿਲੀਆਂ ਦੋ ਤੁਕਾਂ ਸਾਨੂੰ ਬਖਸ਼ਿਸ਼ ਕੀਤੀਆਂ ਨੇ। ਇਹ ਸਚਾਈ ਹੈ ਕਿ ਦੋ ਲਫ਼ਜ਼, ਇੱਕ ਤ੍ਰਿਪਤੀ ਹੈ ਤੇ ਇੱਕ ਤਮਾ ਹੈ। ਜਾਂ ਇਹਨੂੰ ਹੋਰ ਸੌਖਾ ਸ਼ਬਦ ਵਰਤੀਏ, ਇੱਕ ਪਾਸੇ ਤ੍ਰਿਪਤੀ ਹੈ ਤੇ ਦੂਸਰੇ ਪਾਸੇ ਤ੍ਰਿਸ਼ਨਾ ਹੈ। ਇੱਕ ਪਾਸੇ ਰੱਜ ਜਾਣਾ ਹੈ ਤੇ ਦੂਸਰੇ ਪਾਸੇ ਅੰਦਰ ਦੀ ਭੁੱਖ ਦਾ ਕਦੀ ਨਾ ਮਿਟਣਾ ਹੈ। ਇਹਨੂੰ ਇਉਂ ਕਹਿ ਲਈਏ ਰਜਨਾ ਔਰ ਭੁੱਖ। ਮਹਾਰਾਜ ਕਹਿੰਦੇ ਸਾਡੇ ਜਿਹੜੇ ਇਬਾਦਤ ਕਰਨ ਵਾਲੇ ਜੋ ਵੀ ਬੰਦਗੀ ਕਰਦਾ ਹੈ ਉਹਦਾ ਅੰਦਰ ਬਿਲਕੁਲ ਤ੍ਰਿਪਤ ਹੋ ਗਿਆ। ਅਸੀਂ ਥੋੜਾ ਜਿਹਾ ਅੰਮ੍ਰਿਤ ਬਾਣੀ ਚੋਂ ਦੇਖਾਂਗੇ ਕਿ ਕਿਹੜੀਆਂ ਗੱਲਾਂ ਕਰਕੇ ਤ੍ਰਿਪਤ ਹੋ ਗਿਆ। ਵੇਖੋ, ਇੱਕ ਹੁੰਦੀ ਹੈ ਮਜਬੂਰੀ, ਨਾ ਮਿਲਣਾ। ਨਾ ਮਿਲਣਾ ਦਾ ਅਰਥ ਤ੍ਰਿਪਤੀ ਨਹੀਂ ਹੁੰਦਾ। ਕਈ ਵਾਰੀ ਕਈ ਸੱਜਣਾ ਦੇ ਅੰਦਰ ਦੀ ਵਾਸ਼ਨਾ ਹੁੰਦੀ ਹੈ ਕਿ ਮੈਂ ਇਸ ਚੀਜ਼ ਨੂੰ ਮਾਣਾ, ਇਸ ਨੂੰ ਭੋਗਾਂ ਜਾਂ ਇਸ ਨੂੰ ਖੰਡਾਵਾਂ, ਪਰ ਮਜਬੂਰੀ ਵਸ ਉਹਦੇ ਕੋਲ ਇੰਨੇ ਕੋਈ ਸਾਧਨ ਨਹੀਂ ਹੁੰਦੇ ਤੇ ਉਹ ਉਸ ਵਸਤੂ ਨੂੰ ਮਾਣ ਨਹੀਂ ਸਕਦਾ ਜਾਂ ਉਸ ਵਸਤੂ ਨੂੰ ਖੰਡਾ ਨਹੀਂ ਸਕਦਾ
ਤੇ ਜਿਹੜੀ ਚੀਜ਼ ਨਾ ਮਿਲੇ ਤੇ ਉਹਦੀ ਇਹ ਵਿਆਖਿਆ ਕਰਨ ਲੱਗ ਪਏ, ਨਹੀਂ ਜੀ ਅਸੀਂ ਤਾਂ ਬਿਲਕੁਲ ਸੰਤੋਖੀ ਆ, ਤ੍ਰਿਪਤ ਰਹਿੰਦੇ ਆ, ਰੱਜੇ ਹੋਏ ਆ, ਸਾਨੂੰ ਤਾਂ ਲਾਲਚ ਹੀ ਕੋਈ ਨਹੀਂ। ਚੀਜ਼ ਦਾ ਨਾ ਮਿਲਣਾ ਇਹ ਤ੍ਰਿਪਤੀ ਨਹੀਂ, ਅਸਲ 'ਚ ਤ੍ਰਿਪਤੀ ਹੈ ਕਿ ਧੁਰ ਅੰਦਰ ਤੋਂ ਮਨ ਦੇ ਫੁਰਨੇ ਬਿਲਕੁਲ ਸ਼ਾਂਤ ਹੋ ਜਾਣ। ਭੁੱਖ ਬੜੇ ਤਰ੍ਹਾਂ ਦੀ ਹੈ, ਭੁੱਖ ਕੇਵਲ ਜ਼ਬਾਨ ਦੀ ਨਹੀਂ। ਅਰਜ਼ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਅਨੇਕਾਂ ਤਰ੍ਹਾਂ ਦੀ ਤ੍ਰਿਸ਼ਨਾ ਦਾ ਜ਼ਿਕਰ ਕੀਤਾ ਹੈ। ਭਾਵੇਂ ਅਸੀਂ ਅੱਜ ਇਸ ਅੰਮ੍ਰਿਤ ਬਚਨ ਨੂੰ ਵਾਚਨਾ ਕਹਿ ਕੇ ਤ੍ਰਿਪਤ ਹੋ ਗਏ, ਰੱਜ ਗਏ, ਹਜ਼ੂਰ ਨੇ ਬਚਨ ਕੀਤੇ ਨੇ ਕਿ ਤਮਾ ਤ੍ਰਿਸ਼ਨਾ ਭੁੱਖ ਕਈ ਤਰ੍ਹਾਂ ਦੀ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਬਾਹਰਮੁਖੀ ਜਿਹੜੀ ਭੁੱਖ ਹੈ, ਉਹ 3 ਤਰ੍ਹਾਂ ਦੀ ਭੁੱਖ ਦਾ ਜ਼ਿਕਰ ਵੈਸੇ ਸਤਿਗੁਰਾਂ ਨੇ ਇੱਕ ਸ਼ਬਦ ਵਿੱਚ ਕੀਤਾ, ਪਰ ਨਾਲ ਇਹ ਵੀ ਕਹਿ ਦਿੱਤਾ ਕਿ ਇਸ ਭੁੱਖ ਵਿੱਚ ਖਾ ਖਾ ਕੇ ਭੋਗ ਭੋਗ ਕੇ ਅੱਜ ਤੱਕ ਕਦੀ ਵੀ ਨਹੀਂ ਕੋਈ ਰੱਜਿਆ। ਜਿੱਦਨ ਵੀ ਕਿਸੇ ਨੇ ਰੱਜਣਾ ਕੇਵਲ ਤ੍ਰਿਪਤੀ ਨਾਲ, ਸੰਤੋਖ ਨਾਲ, ਸਬਰ ਨਾਲ ਲੱਭਣਾ। ਤੇ ਸਬਰ ਜਿਹੜਾ ਉਹ ਰੱਬ ਦੇ ਨਾਮ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ। ਇਬਾਦਤ ਕੀ ਅੰਦਰ ਨੂੰ ਰਜਾਏਗੀ। ਉਹ ਸਤਿਗੁਰਾਂ ਦਾ ਬਚਨ ਹੈ ਜੀ। ਉਸ ਦੇ 3 ਅਸੀਂ ਅੰਮ੍ਰਿਤ ਬਚਨ ਜਿਹੜੀਆਂ ਤੁਕਾਂ ਨੇ 6 ਉਹਨਾਂ ਦੀ ਜ਼ਰੂਰ ਪ੍ਰਮਾਣ ਦੇ ਤੌਰ ਤੇ ਵੇਖ ਲੈਂਦੇ ਹਾਂ। ਪਹਿਲੀ ਤਰ੍ਹਾਂ ਦੀ ਭੁੱਖ ਦਾ ਜ਼ਿਕਰ ਕੀਤਾ, ਮੈਂ ਬਾਹਰਮੁਖੀ ਸ਼ਬਦ ਵਰਤ ਰਿਹਾ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੁੱਝੀ। ਪਰ ਆਪਣਾ ਪ੍ਰਕਰਨ ਅੱਜ ਇਹ ਵੇ ਕਿ ਤ੍ਰਿਪਤ ਹੋ ਗਏ, ਤੇ ਤ੍ਰਿਪਤ ਦੇ ਅਰਥ ਕਰਨ ਲੱਗਿਆ ਸਾਨੂੰ ਤ੍ਰਿਸ਼ਨਾ ਦਾ ਜ਼ਿਕਰ ਜ਼ਰੂਰ ਕਰਨਾ ਪਏਗਾ ਕਿ ਕਿਸ ਗੱਲ ਤੋਂ ਆਪਾਂ ਤ੍ਰਿਪਤ ਹੋਏ ਹਾਂ, ਕਿਸ ਗੱਲ ਦਾ ਰਜੇਵਾਂ ਆ ਗਿਆ। ਮਹਾਰਾਜ ਕਹਿੰਦੇ ਨੇ ਵੱਡੇ ਵੱਡੇ ਰਾਜੇ, ਵੱਡੇ ਵੱਡੇ ਜ਼ਿਮੀਂਦਾਰ, ਵੱਡੇ ਵੱਡੀਆਂ ਪਦਵੀਆਂ ਤੇ ਬੈਠੇ ਹੋਏ ਲੋਕ, ਸੱਚ ਇਹ ਵੇ ਕਈ ਕਈ ਸਾਲ ਉਹ ਆਪਣੀ ਜ਼ਿੰਦਗੀ ਵਿੱਚ ਭੋਗ ਰਹੇ ਨੇ, ਮਾਣ ਰਹੇ ਨੇ, ਹਕੂਮਤਾਂ ਕਰ ਰਹੇ ਨੇ, ਪਰ ਉਹਦੇ ਅੰਨਾਂ ਦੇ ਅੰਦਰ ਨੂੰ ਪੁੱਛ ਕੇ ਦੇਖੋ, ਇੰਨੇ ਉੱਚੇ ਰੁਤਬਿਆਂ ਤੇ ਬੈਠ ਕੇ ਵੀ ਉਹਨਾਂ ਦੇ ਅੰਦਰ ਦੀ ਭੁੱਖ ਬਿਲਕੁਲ ਗਈ ਨਹੀਂ। ਵੱਡੇ ਵੱਡੇ ਰਾਜਨ ਅਰ ਭੂਮਨ, ਸਿੱਧੇ ਅਰਥ ਰਾਜੇ, ਜ਼ਿਮੀਂਦਾਰ, ਜ਼ਮੀਨਾਂ ਦੇ ਮਾਲਕ। ਮਹਾਰਾਜ ਕਹਿੰਦੇ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ। ਉਹ ਉਸ ਵਿੱਚ ਪ੍ਰਵਿਰਤ ਨੇ, ਮਾਇਆ ਦੇ ਵਿੱਚ ਮਸਤ ਨੇ, ਉਹਨਾਂ ਨੂੰ ਅੱਖਾਂ ਨਾਲ ਕੋਈ ਸੁਝਦਾ ਨਹੀਂ, ਸਿਰਫ ਇੱਕੋ ਹੀ ਭੁੱਖ ਲੱਗੀ ਪਈ ਹੈ, ਇਹ ਰਾਜ ਮੇਰੇ ਕੋਲੋਂ ਜਾਏ ਨਾ, ਇਹ ਐਸ਼ਵਰਜ, ਇਹ ਪਦਵੀਆਂ ਮੇਰੇ ਕੋਲ ਜਾਣ ਨਾ। ਮਹਾਰਾਜ ਕਹਿੰਦੇ ਨੇ ਇਹ ਵੀ ਤਾਂ ਇੱਕ ਭੁੱਖ ਹੈ। ਕਿ ਇਨਸਾਨ ਇਸ ਭੁੱਖ ਤੋਂ ਤ੍ਰਿਪਤ ਹੋ ਸਕਦਾ ਹੈ? ਇਹ ਅਸੀਂ ਅੱਗੇ ਬਾਣੀ 'ਚ ਦੇਖਾਂਗੇ। ਪਹਿਲੀ ਬੇਨਤੀ ਭੁੱਖ ਕਿਹੜੀ ਕਿਹੜੀ ਹੈ? ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ, ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ। ਸਤਿਗੁਰੂ ਗੁਰੂ ਅਰਜੁਨ ਦੇਵ ਦੇ ਇਹ ਬਚਨ ਹੈ। ਕਹਿੰਦੇ ਨੇ ਅੱਜ ਤੱਕ ਦੱਸੋ ਕੋਈ ਇਸ ਮਾਇਆ ਦੀ ਭੁੱਖ ਵਿੱਚ ਜਾਂ ਆ ਰੁਤਬੇ ਜਾਂ ਇਹ ਫੁਰਨੇ, ਇਸ ਭੁੱਖ ਵਿੱਚ ਅੱਜ ਤੱਕ ਕੋਈ ਬੰਦਾ ਰੱਜਦਾ ਦੇਖਿਆ? ਭੋਗ ਕੇ ਮਾਣ ਕੇ ਕਦੀ ਕੋਈ ਨਹੀਂ ਰੱਜਿਆ। ਜਿੰਨਾ ਮਰਜੀ ਕੋਈ ਇਕੱਠਾ ਕਰ ਲੈ ਮਾਨ ਨੇ, ਤੇ ਮਹਾਰਾਜ ਉੱਥੇ ਇੱਕ ਉਦਾਹਰਨ ਦਿੰਦੇ ਨੇ ਕਿ ਜਿਵੇਂ ਮੰਨ ਲਓ ਇੱਕ ਲੱਕੜਾਂ ਨੂੰ ਅੱਗ ਲੱਗੀ ਹੈ, ਲਾਂਬੂ ਬਲਦਾ ਪਿਆ, ਲੱਕੜਾਂ ਦੇ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਨੇ, ਤੇ ਜੇ ਕੋਈ ਇਸ ਬਿਰਤੀ ਨਾਲ ਆਵੇ ਕਿ ਇਸ ਅੱਗ ਦੇ ਭਾਂਬੜ ਤੇ, ਇਸ ਮੱਚਦੀ ਹੋਈ ਅੱਗ ਤੇ ਬਹੁਤ ਸਾਰੀਆਂ ਲੱਕੜਾਂ ਸੱਟ ਦਿਓ, ਆਪਣੇ ਆਪ ਰੱਜ ਜਾਏਗੀ। ਗੁਰਮਖੋ ਕਿ ਬਲਦੀ ਅੱਗ ਤੇ ਜਿੰਨਾ ਮਰਜੀ ਲੱਕੜਾਂ ਪਾ ਲਓ, 1 ਦਿਨ ਨਹੀਂ, 2 ਦਿਨ ਨਹੀਂ, 5 ਦਿਨ ਨਹੀਂ, 10 ਦਿਨ ਨਹੀਂ, ਜੁੱਗਾਂ ਤੱਕ ਅੱਗ ਬਲਦੀ ਰਹੇ। ਤੇ ਜੇ ਕਹੀਏ ਵੀ ਲੱਕੜਾਂ ਪਾ ਦਿਓ, ਆਖਰ ਅੱਗ ਦੀ ਭੁੱਖ ਕਦੀ ਤਾਂ ਮਿਟੇਗੀ ਨਾ, ਕਦੀ ਇਹ ਤ੍ਰਿਪਤ ਹੋਵੇਗੀ। ਤੇ ਮਹਾਰਾਜ ਜੀ ਨੇ ਉਦਾਹਰਨ ਦਿੱਤੀ। ਹਜ਼ੂਰ ਕਹਿੰਦੇ ਨੇ ਅੱਗ ਜੁੱਗਾਂ ਤੱਕ ਬਲਦੀ ਹੋਵੇ, ਜਿਤਨਾ ਮਰਜੀ ਉਹਦੇ ਤੇ ਬਾਲਣ ਪਾਓ, ਈਂਧਨ ਪਾ ਦਿਓ, ਲੱਕੜਾਂ ਪਾ ਦਿਓ, ਕੋਲੇ ਪਾ ਦਿਓ, ਉਸ ਬਲਦੀ ਕੋਈ ਅੱਗ ਨੇ ਕਦੀ ਵੀ ਤ੍ਰਿਪਤ ਨਹੀਂ ਹੋਣਾ। ਇਸੇ ਤਰ੍ਹਾਂ ਬੰਦੇ ਦੇ ਅੰਦਰ ਦੀ ਅੱਗ ਹੈ ਤਮਾ ਦੀ, ਸਾਰੀ ਸੰਸਾਰ ਦੇ ਪਦਾਰਥ ਸੁਖ ਇਹਦੇ ਘਰ ਵਿੱਚ ਆ ਜਾਣ, ਸੱਚ ਇਹ ਵੇ ਮਨ ਨੇ ਫਿਰ ਵੀ ਤ੍ਰਿਪਤ ਨਹੀਂ ਹੋਣਾ। ਮਹਾਰਾਜ ਕਹਿ ਰਹੇ ਨੇ ਕਿ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ, ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਂਦਨ ਨੀ ਧਰਾਪੈ ਬਿਨ ਹਰ ਕਹਾਂ
आगाई बिन हर कहाँ आगाई तृप्त भाई सच भोजन खाया। जे उस बालन अग उत्ते आपां होर लकड़ां सट्टांगे उन्हें मचना है। महाराज कहते ने सिमरन तो बिना कोई अज तक रजिया नहीं। पहली गल कि राज भाग पदार्थ इन्हां दी तृष्णा। दूसरा महाराज जी का एक बचन होर है, उसनों असीं होर भी बाणी चों देखांगे। आ जिस जबान नाल आपां रोज बोलने आ ते जिथे बोलने आ उत्थे पदार्थां दा रस भी इस चम दे टुकड़े नाल असीं चखने आ। महाराज कहंदे आ कि इस जबान ने रोजाना भोजन खाधा, 3-3 4-4 वेले खाधा ते कई साल हो गए ने निरंतर इस जीव नूं इस मांस दे टुकड़े नूं रस चखदियां इहनूं पुछ के देखो ये रज गई है। सच्ची है वे बंदा पेट वास्ते घट खांदा जे पर सब तो ज्यादा खांदा है अपने जीव दे स्वाद दे लई। जीव दा रस पूरा नहीं हो रहा। महाराज जी का दूसरा बचन है दिन दिन करत भोजन बो बिंजन ताकि मिटे ना भूखा। मैं अर्ज की पहली गल कि पदार्थां दी भुख जमीन भोए भांडा राज। दूसरा महाराज कहते ने रोजाना बंदा भोजन कर रहा है, किन्नी वार कर रहा है, पर आ जिहड़ी जीव दा तमा है जीण वास्ते खाना बहुत जरूरी है। क्योंकि जे आपां खावांगे नहीं तो जिंदगी किवें चलेगी, जीवन किवें चलेगा। जीण वास्ते खाना लाजमी है, पर जे कोई सिर्फ जीवे ही इस करके मैं खाई जाना है, ये गुरमत ने प्रवान नहीं किया। फिर लफ्ज मैं दोहरा देना कि खाना जीण वास्ते है कि शरीर नूं एनर्जी मिले। ते जे सिर्फ इस करके बंदा खाई जा रहा है कि मेरी जिंदगी का मकसद ही केवल भोजन छकना है, जीव का रस पूरा करना है, नहीं प्यारिओ जिंदगी का असल मनोरथ ये नहीं। इसे करके गुरु जी ने इहो जिहा खाण बारे बाणी च कहा 100 उलामे दिन कह राती मिलन सहंस सिबत सलाहन छड़ कै करंगी लगा हंस फिट अवेखा जीविया जित खाए ਵਧਾਇਆ पेट नानक सच्चे नाम बिन सबो दुश्मन खेत। प्यारिओ आ रसना दी भुख, क्योंकि तृप्ति का संबंध केवल एक इंद्रे नाल नहीं। जिहड़ा अज सतगुरां ने शब्द बख्शिश कीता तृप्त भई, इस तृप्त का संबंध साडे मन नाल साडे तन नाल मुकम्मल तौर ते आत्म तौर ते रज जाना है। अगे असीं देखांगे एक एक इंद्रे की भी भुख है। महाराज कह रहे हैं दिन दिन करत भोजन वो बिंजन ताकि मिटे ना भूखा उद्यम करे स्वान की न्याई चारे कुंटा कोखा। शब्द वरत्या स्वान। स्वान का अर्थ है कुत्ता, कि जिवें एक कुत्ता अपने रस दे लई सारा दिन सच्ची गल वो भटकदा रहिंदा है, दर दर ते वो मूँह मारदा है। महाराज कहते तेरी जबान तेरी रसना कुत्ते की बिरती वाली है, किन्ना कुछ दिन खांदी पई है, यदी भी तृप्ति नहीं हो रही। फिर बेनती जी मैं रिपीट करांगा, एक भुखे वे पदार्थां दी जिस विच असीं वड्डे वड्डे राजन और भूमन का जिक्र महाराज जी का पढ़िया। दूसरा है साडी आ जबान दी जिहड़ी अंदर दी भुख है ये रसां दी। तीसरा बचन महाराज जी ने किया कामवंत कामी भोग नारी पर ग्रह जोए न चूकै। एक ये तीसरी भुख होर है अंदर दी जिहड़ी तृप्त नहीं हुंदी पई कि काम वासना दे अधीन बंदा अपने नेत्रां नाल अनेकां शरीर देखदा है पर घर नूं भी तकदा है, पर इहदे अंदर दी भुख वो भी नहीं मिटदी पई। कामवंत कामी बहु नारी पर ग्रह जोए न चूकै दिन परत करै करै पछतापै सोग लोभ मैं सूकै। दिन रात इस वासना विच प्रवृत्त रह के भी महाराज कहते इन्हें कदी नहीं कहा मैं तृप्त हो गया। सच ये चिंता झोरे सोग दे विच आत्मे अंदरों सुकी जा रहा है। मैं सिर्फ 3 बेनतियां कीतियां अमृत बाणी विचों कि एक भुख होवे पदार्थां दी जिहदे विच राज है जमीन है दुकानां या कोई बिजनेस भी है जिहड़ी माया दी खेड आपां कहने आ। दूसरी भुख है साडी इस जबान दे खाण दी। तीसरी महाराज जी ने क्या काम दी वासना दी। सारी जिंदगी बंदा ये माणदा रहा रस पर इहदा अंदर तृप्त नहीं होया। थोड़ा जिहा होर एक बेनती कर दिया, मैं ये नहीं कि मैं शब्द तो विपरीत अर्थ कर रहा,
सिर्फ मेरी इच्छा सी भी जिहड़ा तृप्त शब्द आया है, आखिर वो किहड़ी चीज तृप्त हो गई है, वो किहड़ी चीज जिहड़ी बिल्कुल शांत हो गई है। महाराज जी का एक बचन हुंदा है होर, गुरु अंगद साहिब महाराज जी का, ये जिन्ने साडे आ इंद्रे ने ना जी, कली मूँह थोड़ा जी खाण वाला, महाराज ने रसना का जिक्र बड़ी बारी कीता है। असल च की है, इस साडे शरीर दे जिन्ने आ इंद्रे ने, ये सारियां दे मूँह अड्डे होए ने खाण वास्ते। पर हो सकता है भी मैं शब्द मूँह वरत्या इस तरह का आकार तो नहीं, इहो जिहा आकार नहीं जिहड़ा मूँह दा है। अखां दी अपनी भुख है, कन्नां दी अपनी भुख है, प्यारिओ वासना दियां इंद्रियां दी अपनी भुख है, स्किन दी चमड़ी दी अपनी भुख है, नासका दी अपनी भुख है। महाराज कहते जेड़े तेरे इंद्रे ने, एक एक इंद्रा जेड़ा ये भुख विच, ये तृष्णा दे विच खचत है। पर सतगुरु कहते ने ये भी सारे रज जाते हैं जदों सच्चा नाम मिल जाए। सतगुरां दा ये बचन है गुरु अंगद देव जी का, आखण आख ना रज्या। आखण का अर्थ कहांगे आ जबान तो बोलना, किन्ना बोल चुके हैं, किन्नी इस जबान ने शब्द बोले, पर गुरमुखो अज तक ये मूँह बोल बोल के रज्जा नहीं, ये बोली जा रहा है। जे रसना स्वाद चखदी, बोलन तो कितने चुप कर दी। आखण आख ना रज्या, आख आख के मूँह नहीं रज्या, सुनन ना रज्जे कन, आ कन्ना ने बहुत कुछ सुनिया। पर गुरमुखो इन्ना कुछ सुन के अज कन तृप्त हो गए, इन्हां दी भुख तां जांदी नहीं। फिर इस लफ्ज़ नूं ध्यान नाल सुनियो कि रोज़ बोलने आ, नित नवां बोलने आ। सच ये वे कि बोलिया भी साडी भुख नहीं, ये बोलन दा अर्थ कल्ला कथा नहीं करना। असी बाहर संसार विच बोलने, सोसाइटी विच बोलने, वो बोल बोल के भी साडा अंदर नहीं रजिया, ते आ कन रोज़ सुनदे आ, ते सच ये सुनन वास्ते उतावले रहिंदे आ। जो चंगा मंदा सब कुछ सुनी जा रहे आ, पर अज तक कदी किसी बंदे ने कहा लोको बस अज मैं रज गया वा, अज तो बाद नहीं मैं कोई सुनना। इत्थे नहीं मैं कोई सुनना दा अर्थ स्वाद लैंदा है, निंदिया सुन के, चुगली सुन के, किसी दे कोई गलती हो जाए, सच्ची लो कि जिस बंदे दे कन घट सुनते हो वो भी कन खड़े करके सुन लग पैंदा, पर ये अंदर रजिया नहीं। मैं एक बार इत्थे बेनती की सी, मैं थोड़ा जिहा अर्ज कर जाना। हरमंदर साहब आप आयो, देशां विदेशां तो आप संगत आयो, तुहाडी भावना अत दी परबल है। तो मैं कई बार सोचना दोनों बराबर चलते पे आ। एक पासे इस पावन पवित्र दरबार के संबंध विच तर्क कुतर्क रज के निंदिया, इन्ना कुछ होने के बावजूद भी धन गुरु रामदास के घर की जिहड़ी संगत की भीड़ वो कदी भी घटनी नहीं। इत्थे तां समय नहीं मिलता पिया कि थाली फड़न वास्ते, धोण वास्ते, इन्नी संगत सेवा विच है। इत्थे बड़ियां कमाइयां करनियां वालियां ने जीवन कमाया इस हरमंदर साहिब की परिक्रमा के अंदर। मैं एक उदाहरण आप जी नूं देना वा, एक बार अगे भी अर्ज की सी, क्योंकि रहना मैं विषय विच ही है कि किहड़ी तृष्णा है ते किहड़ी तृष्णा जिहड़ी वो तृप्ति के रूप में बदल गई। ये बेनती करनी इत्थे जिन्ने भी सेवा कर रहे आ, मैं फिर बेनती करांगा, भांडियां विच कोई कर रहे हैं, जोड़ियां विच कोई कर रहे हैं, परिक्रमा विच कोई कर रहे हैं, कोई बंदगी कर रहा है, कोई सिमरन कर रहा है, कोई झाड़ू ला रहा है। सच ये वे वो अपने आपे दे रस विच ही मस्त होया बैठा है। इत्थे गुरमुख प्यारे सन, भाई वीर सिंह उन्होंने लिखा उन्होंने बारे कि उन्होंने बुंदियां वाले संत कहते सन। बुंदियां वाले कि जिमें आजकल एयर प्लग नहीं आप कन्ना च पाते, तो कहते सारा दिन उन्हें कीर्तन सुनना, सारा दिन टेके बैठे रहना, किसी नाल बिल्कुल ना बोलना, ते कीर्तन सुन तो बाद जदों परिक्रमा तो बाहर निकलना ते उन दे बुंदे हुंदे सन, उन नाल उन्हें उन्होंने दोनों बुंदे जिहड़े ने अपने कन्ना विच चंगी तरह फसा देने। मैं अर्ज की जिवें एयर प्लग है, बाहर निकलना ते कन बिल्कुल बंद, ते जे किसी ने गल करनी उन्हां नाल थोड़ा जा एक कन चो बुंदा सरका लेना ते कन गल सुन लैनी। ते किसी ने एक दिन पुछ लिया, सारा दिन कीर्तन सुनते हो, सारा दिन बाणी सुनते हो, ते जदों बाहर निकलते हो कन्ना विच तुसीं बुंदे क्यों पा लैंदे हो? कहन लगे दरअसल
ਗੁਰੂ ਰਾਮਦਾਸ ਦੇ ਘਰ ਵਿੱਚੋਂ ਨਾਮ ਅੰਮ੍ਰਿਤ ਅੰਦਰ ਜਾਂਦਾ ਹੈ। ਗੁਰੂ ਰਾਮਦਾਸ ਦੇ ਘਰ ਵਿੱਚੋਂ ਸੱਚਾ ਭੋਜਨ ਕੰਨਾਰੀ ਅੰਦਰ ਜਾ ਰਿਹਾ ਹੈ। ਤੇ ਬੁੰਦੇ ਇਸ ਕਰਕੇ ਪਾਏ ਨੇ ਕਿ ਬਾਹਰ ਕੋਈ ਉਹ ਨਾ ਟੱਕਰ ਜਾਏ ਕਿ ਜਿਹੜਾ ਇਸ ਭੋਜਨ ਦੇ ਵਿੱਚ ਬੋਲਾਂ ਦਾ ਜ਼ਹਿਰ ਮਿਲਾ ਦੇਵੇ। ਸੱਚ ਇਹ ਵੇ ਗੁਰਮਖੋ ਕਿ ਮੈਂ ਅਰਜ਼ ਕਰਾਂ, ਇਹ ਕੰਨ ਵੀ ਕੋਈ ਨਹੀਂ ਤ੍ਰਿਪਤ ਹੋਏ। ਉਂਝ ਬਾਬਾ ਫਰੀਦ ਨੇ ਕਿਹਾ, ਇੱਕ ਤਾਂ ਬੁੰਦੇ ਨੇ ਬਾਹਰੋਂ ਪਾਣੇ ਜਾਂ 에ਅਰ ਪਲੱਗ ਬਾਹਰੋਂ ਪਾਣੇ, ਇੱਕ ਇਹ ਮਨ ਦੇ ਵਿੱਚੋਂ ਫਿੱਟ ਕਰਦੇ ਨੇ, ਸੁਣੀ ਨਾ। ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ, ਫਰੀਦਾ ਇਹ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ। ਇਹ ਸਰੀਰ ਰੋਜ਼ ਭੌਂਕਦਾ, ਇਹਦੀਆਂ ਕਿੰਨੀਆਂ ਕੁ ਸੁਣਾ ਮੈਂ ਥੱਕ ਗਿਆ ਇਹਨੂੰ ਸੁਣ ਸੁਣ ਕੇ। ਮਹਾਰਾਜ ਕਹਿੰਦੇ ਫਰੀਦਾ ਇਹ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ, ਕੰਨੀ ਬੁੱਝੇ ਦੇ ਰਹਾ ਕਿੱਤੀ ਵਗੈ ਪਾਉਣ ਜਿੰਨੀ ਮਰਜ਼ੀ ਖਾਵਾ। ਹੁਣ ਗੱਲਾਂ ਕਰਨਿਆ ਹੈ ਤਾਂ ਹਵਾ ਹੀ ਨਾ, ਜੇ ਮੈਂ ਵੀ ਕੋਈ ਗੱਲ ਕਰ ਰਿਹਾ ਹਵਾ ਹੀ ਮੂੰਹ ਚੋਂ ਨਿਕਲਦੀ ਪਈ ਹੈ। ਕਹਿਣ ਲੱਗੇ ਮੈਂ ਆਪਣੇ ਕੰਨਾਂ ਵਿੱਚ ਬੁੱਝੇ ਦੇ ਦਿੱਤੇ, ਆ ਜਿੰਨੀ ਮਰਜ਼ੀ ਬੋਲ ਕਬੋਲ ਦੀ ਉਸਤਤ ਨਿੰਦਿਆ ਦੀ ਜਿੰਨੀ ਖਵਾ ਨਿਕਲੇ ਮੇਰੇ ਕੰਨਾਂ ਵਿੱਚ ਕੋਈ ਖਵਾ ਅਸਰ ਕਰਦੀ ਨਹੀਂ। ਫਿਰ ਮੈਂ ਪ੍ਰਕਰਨ ਤੇ ਆਖਦਿਆਂ ਮੂੰਹ ਨੀਰ ਤ੍ਰਿਪਤ ਹੋਇਆ, ਸੁਣ ਸੁਣ ਕੇ ਕੰਨ ਨਹੀਂ ਰੱਜੇ। ਮੈਂ ਇੱਕ ਪੱਖ ਰਹਿ ਰਿਹਾ ਤ੍ਰਿਸ਼ਨਾ ਦਾ, ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾ ਕੇ ਇੱਕ ਵਨ। ਇਸ ਬੇਨਤੀ ਨੂੰ ਫਿਰ ਤੁਕ ਨੂੰ ਸੁਣਿਓ, ਗੁਣ ਗਾ ਕੇ ਇੱਕ ਵਨ, ਇੱਕ ਇੱਕ ਰਸ ਵਿੱਚ ਮਸਤ ਹੋਏ, ਇਹ ਇੰਦਰੇ ਵੀ ਤ੍ਰਿਪਤ ਨਹੀਂ ਹੋਏ। ਅੱਖਾਂ ਵੇਖ ਕੇ ਨਹੀਂ ਰੱਜੀਆਂ, ਕੰਨ ਸੁਣ ਕੇ ਨਹੀਂ ਰੱਜੇ, ਜ਼ਬਾਨ ਬੋਲ ਕੇ ਨਹੀਂ ਰੱਜੀ। ਮਹਾਰਾਜ ਕਹਿੰਦੇ ਨੇ ਇੱਕ ਇੱਕ ਇੰਦਰੇ ਨੂੰ ਇੱਕ ਇੱਕ ਤਰ੍ਹਾਂ ਦੀ ਭੁੱਖ ਲੱਗੀ ਹੈ, ਗੁਣ ਗਾ ਇੱਕ ਇੱਕ ਵਨ। ਅੱਗੇ ਫਿਰ ਕਹਿੰਦੇ ਨੇ ਭੁੱਖਿਆ ਭੁੱਖ ਨਾ ਉਤਰੈ, ਤ੍ਰਿਪਤ ਭਾਈ ਸੱਚ ਭੋਜਨ ਖਾਇਆ। ਇਸ ਵਾਸ਼ਨਾ ਦੇ ਅਧੀਨ ਭੁੱਖਿਆ ਰਿਹਾ, ਅੱਜ ਤੱਕ ਕਿਸੇ ਦੀ ਭੁੱਖ ਨਹੀਂ ਉਤਰੀ। ਕਿਉਂਕਿ ਮੈਨੂੰ ਪਤਾ ਹੈ ਸਾਡੇ ਇਸ ਭਾਰਤ ਵਿੱਚ ਕਈ ਐਸੇ ਵੀ ਮਤ ਪੈਦਾ ਹੋਏ ਜਿਨ੍ਹਾਂ ਨੇ ਕਿਹਾ ਵੀ ਰੱਜ ਕੇ ਭੋਗੋ ਤ੍ਰਿਪਤ ਹੋ ਜਾਣਗੇ। ਸੱਚ ਇਹ ਵੇ ਜਿਹਦੇ ਵਿੱਚ ਅਨੇਕਾਂ ਪੰਥ ਚੱਲ ਪਏ, ਜਿਵੇਂ ਸਾਡੇ 5 ਕਕਾਰ ਨੇ ਗੁਰੂ ਜੀ ਨੇ ਦਿੱਤੇ, ਇਸੇ ਤਰ੍ਹਾਂ ਇੱਕ ਇਹ ਵੀ ਮਤ ਹੈ ਜਿਹਦੇ 5 ਮਕਾਰ ਨੇ, ਮੈਥੁਨ ਮਾਸ ਮਦਰਾ ਮਛਲੀ ਆਦਿਕ। ਪਰ ਉਹ ਕਹਿੰਦੇ ਨੇ ਭੋਗੀ ਜਾਓ ਕਿ ਭੋਗ ਕੇ ਹੀ ਅੰਦਰ ਰੱਜ ਜਾਏਗਾ। ਪਰ ਗੁਰਮਤਿ ਇਹ ਕਹਿੰਦੀ ਉਹ ਲੋਕੋ ਭੋਗ ਕੇ ਅੰਦਰ ਕਦੀ ਵੀ ਨਹੀਂ ਰੱਜਿਆ। ਸੱਚ ਇਹ ਵੇ ਜੇ ਉਸ ਭੋਗ ਦੀ ਥਾਂ ਤੇ ਤੁਸੀਂ ਸ਼ਬਦ ਦੀ ਕਮਾਈ ਕਰ ਲਓ ਤੇ ਸ਼ਬਦ ਆਪਣੇ ਆਪ ਹੀ ਟਿਕਾ ਦਿੰਦਾ ਹੈ। ਫਿਰ ਬੇਨਤੀ ਹੈ ਕਿ ਅੱਜ ਤੀਕਰਾਂ ਜਿਵੇਂ ਅੱਗ ਦੀ ਉਦਾਹਰਨ ਦਿੱਤੀ, ਅੱਗ ਕਦੀ ਬਾਲਣ ਪਾਇਆ ਰੱਜੀ ਹੈ? ਇਹ ਬਿਲਕੁਲ ਨਹੀਂ ਰੱਜੀ। ਖਾਂ ਜਿੰਨਾ ਮਰਜੀ ਤੁਸੀਂ ਅੱਖਾਂ ਨੂੰ, ਨੱਕ ਨੂੰ, ਕੰਨ ਨੂੰ, ਮੂੰਹ ਨੂੰ ਕਹੋ ਵੀ ਰੱਜ ਗਿਆ, ਯਾਦ ਰੱਖਿਓ ਜੇ ਕਿਤੇ ਵੀ ਬੈਠੇ ਹੋਗੇ, ਜੇ ਨਾਮ ਦੀ ਕਿਰਪਾ ਨਹੀਂ ਤਾਂ ਅੰਦਰ ਫੁਰਨਿਆ ਰੂਪ ਹੀ ਕੁਝ ਨਾ ਕੁਝ ਆਪਾਂ ਖਾਈ ਜਾਣਾ ਹੈ। ਸਾਡੇ ਇੱਕ ਗੁਰਮੁਖ ਵਿਦਵਾਨ ਨੇ ਉਹਨਾਂ ਟੀਕਾ ਕੀਤਾ ਆਨੰਦ ਸਾਹਿਬ ਦਾ, ਉਹਦੇ ਵਿੱਚ ਇੱਕ ਉਹਨਾਂ ਉਦਾਹਰਨ ਦਿੱਤੀ। ਉਹ ਕਹਿੰਦੇ ਨੇ ਇੱਕ ਵਾਰੀ ਇੱਕ ਬਾਦਸ਼ਾਹ ਨੇ ਸਮਝਾਉਣ ਵਾਸਤੇ ਕਿ ਇੱਕ ਬਾਦਸ਼ਾਹ ਨੇ ਕਿਹਾ ਮੈਂ ਆਪਣੀ ਬੇਟੀ ਦਾ ਰਿਸ਼ਤਾ, ਸੁਸ਼ੀਲ ਸੀ, ਸੋਹਣੀ ਸੁਨੱਖੀ ਸੀ, ਪ੍ਰਮਾਤਮਾ ਨੇ ਜੇ ਉਹਨੂੰ ਰੂਪ ਸ਼ਕਲ ਦਿੱਤੀ ਤੇ ਨਾਲ ਚੰਗੀ ਅਕਲ ਵੀ ਦਿੱਤੀ। ਉਹਨੇ ਕਿ ਮੈਂ ਆਪਣੀ ਬੇਟੀ ਦਾ ਰਿਸ਼ਤਾ ਕਰਾਂਗਾ ਉਸ ਬੰਦੇ ਨਾਲ ਜਿਹੜਾ ਮੇਰੇ ਘਰ ਵਿੱਚ ਆ ਜਿਹੜੀਆਂ 10 ਬੱਕਰੀਆਂ ਨੇ, ਇਹਨਾਂ 10 ਬੱਕਰੀਆਂ ਨੂੰ ਰੁਝਾ ਦੇ। ਭਾਵ ਅਰਥ ਲੈਣੇ ਨੇ ਆਪਾਂ। ਬੜੇ ਆਏ, ਉਹਨੇ ਕਿਹਾ ਜਿਹੜਾ ਨਹੀਂ ਰੁਝਾ ਸਕੇਗਾ ਉਹਨੂੰ ਸਜ਼ਾ ਵੀ ਮਿਲੇਗੀ। ਬੜੇ ਆਏ ਜੀ, ਉਹਨਾਂ ਬੱਕਰੀਆਂ ਲੈ ਲੈਣੀਆਂ ਅੱਗੇ, ਮੈਂ ਅੱਗੇ ਭਾਵ ਅਰਥ ਅਰਜ਼ ਕਰਾਂਗਾ। ਬਾਹਰ ਖੇਤਾਂ ਵਿੱਚ ਲੈ ਜਾਣਾ ਜਾਂ ਦਾਣਾ ਪਾ ਦੇਣਾ, ਤੇ ਜਦੋਂ ਸਾਰਾ ਦਿਨ ਬੱਕਰੀ ਰੱਜ ਕੇ ਆਉਣੀ ਤੇ ਉਹਨਾਂ ਕਹਿਣਾ ਮਹਾਰਾਜ ਰੁਝਾ ਲਿਆਂਦੀ ਏ। ਤੇ ਰਾਜੇ ਨੇ ਕੀ ਕਰਾਂ, ਹਰੇ ਪੱਠੇ ਲੈਣੇ, ਆਪਣੇ ਹੱਥ 'ਚ ਪਕੜ ਕੇ ਪੱਤੇ ਜਾਂ ਹਰੇ ਪੱਠੇ ਅੱਗੇ ਕਰਨੇ, ਸਾਰਾ ਦਿਨ ਚਰਨ ਵਾਲੀਆਂ ਬੱਕਰੀਆਂ ਫਿਰ ਹਰੇ ਪੱਤੇ ਦੇਖ ਕੇ ਫਿਰ ਦੌੜੀਆਂ ਆਉਣਾ। ਉਹਨਾਂ ਕਹਿਣਾ ਤੂੰ ਸਾਰਾ ਦਿਨ ਚਾਰ ਕੇ ਕਿ ਲਿਆਏ ਤੇ ਰੱਜੀਆਂ ਹੀ ਨਹੀਂ। ਕਈ ਦਿਨ ਲੰਘ ਗਏ, ਕਿਸੇ ਤੋਂ ਬੱਕਰੀਆਂ ਰੱਜੀਆਂ ਨਹੀਂ। ਤੇ ਕਹਿੰਦੇ ਇੱਕ ਦਿਨ ਸੱਜਣ ਕੋਈ ਆਇਆ, ਉਹਨੇ ਕਿਹਾ ਜੀ ਮੈਨੂੰ ਮੌਕਾ ਦਿੱਤਾ ਜਾਏ। ਉਹਨਾਂ ਕਿਹਾ ਜੀ ਲੈ ਜਾ ਤੂੰ। ਉਹ 10 ਬੱਕਰੀਆਂ ਬਾਹਰ ਲੈ ਗਿਆ। ਜਦੋਂ ਬੱਕਰੀਆਂ ਖਾਣ ਵਾਲ ਆਉਣ ਤੇ ਉਹਨੇ ਖਾਤੇ ਸ਼ਮਕ ਪਕੜੀ ਸੀ, ਸੋਟੀ। ਜਦੋਂ ਆਉਣਾ ਵੱਟ ਕੇ ਮੂੰਹ ਤੇ ਸੋਟੀ ਮਾਰਨੀ।
ਹੁਣ ਸਾਰਾ ਦਿਨ ਇੰਨੀ ਪ੍ਰੈਕਟਿਸ ਕਰ ਦਿੱਤੀ ਉਹਨੇ, ਜਦੋਂ ਬੱਕਰੀਆਂ ਦੌੜ ਕੇ ਪੱਠਿਆਂ ਵੱਲ ਆਉਣਾ, ਦਾਣੇ ਵੱਲ ਆਉਣਾ, ਉਹਨੇ ਪੂਰੇ ਜ਼ੋਰ ਨਾਲ ਸੋਟੀ ਸ਼ਮਕ ਮਾਰਨੀ ਤੇ ਇੱਕੋ ਦਮ ਬੱਕਰੀਆਂ ਨੇ ਤਰੇ ਕੇ ਪਿੱਛੇ ਹੋ ਜਾਣਾ। ਸਾਰਾ ਦਿਨ ਉਹਨੇ ਖਾਣ ਨੂੰ ਕੁਝ ਨਹੀਂ ਦਿੱਤਾ, ਬਸ ਆਹੀ ਕੰਮ ਕੀਤਾ। ਸ਼ਾਮ ਨੂੰ ਆਇਆ ਤੇ ਬਾਦਸ਼ਾਹ ਨੂੰ ਕਹਿੰਦਾ ਜੀ ਰੱਜ ਗਈਆਂ ਅੱਜ। ਹੁਣ ਉਹਨਾਂ ਨੂੰ ਮਾਰ ਇੰਨੀ ਕੁ ਪਈ ਸੀ ਕਿ ਉਹਨੇ ਕਿਹਾ ਵੀ ਸੀ ਆਪਾਂ ਦੇਖ ਲੈਂਦੇ ਹਾਂ ਪ੍ਰੀਖਿਆ ਕਰਕੇ। ਰਾਜੇ ਨੂੰ ਪਤਾ ਸੀ ਨਹੀਂ ਰੱਜੀਆਂ ਹੋਣੀਆਂ। ਉਹਨੇ ਖਰਾ ਚਾਰਾ ਜਾਂ ਉਹ ਪੱਠੇ ਪੱਤੇ ਲਿਆਂਦੇ, ਉਹ ਬੱਕਰੀਆਂ ਵੱਲ ਪੱਤੇ ਕਰੇ, ਕਿਉਂਕਿ ਉਹਨੇ ਸਾਰਾ ਦਿਨ ਇੱਕ ਹੱਥ 'ਚ ਪੱਤੇ ਸਨ। ਜਦੋਂ ਪੱਤੇ ਅੱਗੇ ਕਰਦਾ ਸੀ ਬੱਕਰੀ ਆਉਣੀ, ਨਾਲ ਹੀ ਮੂੰਹ ਤੇ ਵੱਟ ਕੇ ਸੋਟੀ ਮਾਰ ਦੇਣੀ। ਉਹ ਵਿਚਾਰੀਆਂ ਪੱਤਿਆਂ ਤੋਂ ਡਰਨ ਲੱਗ ਪਈਆਂ। ਫਿਰ ਬੇਨਤੀ ਸੁਣਿਓ, ਉਹਨੇ ਤਜਰਬਾ ਹੀ ਇਹ ਕੀਤਾ, ਪੱਤੇ ਦਿਖਾਣੇ, ਵੱਟ ਕੇ ਸੋਟੀ ਮਾਰਨੀ, ਬੱਕਰੀ ਨੇ ਪਿੱਛੇ ਹਟ ਜਾਣਾ। ਹੁਣ ਰਾਜੇ ਨੇ ਸੋਟੀ ਤਾਂ ਪਕੜੀ ਨਹੀਂ, ਉਹਨੇ ਇਕੱਲੇ ਖਰੇ ਪੱਤੇ ਪਕੜੇ। ਜਦੋਂ ਪੱਤੇ ਬੱਕਰੀਆਂ ਕੋਲ ਜਾਏ, ਬੱਕਰੀਆਂ ਅੱਗੇ ਭੱਜਣ, ਰਾਜਾ ਪੱਤੇ ਲੈ ਕੇ ਪਿੱਛੇ ਭੱਜੇ। ਮੈਂ ਇੱਕ ਬੇਨਤੀ ਕਰਾਂ, ਇਕੱਲੀ ਕਹਾਣੀ ਨਹੀਂ, ਸੱਚੀ ਮੁੱਚੀ ਆ ਵੀ 10 ਬੱਕਰੀਆਂ ਚੰਬੜੀਆਂ ਹੋਈਆਂ ਨੇ। ਮੇਰੀ ਬੇਨਤੀ ਸੁਣਿਓ, ਪੁਰਾਣੇ ਸਮੇਂ ਬਜ਼ੁਰਗ ਸਾਡੇ ਉਦਾਹਰਨਾਂ ਲੈਂਦੇ ਸਨ। ਹੁਣ ਅੱਜ ਇਹ ਵੀ ਤੇ ਬੱਕਰੀਆਂ ਨੇ ਰੱਜਦੀਆਂ ਨੇ। ਸੱਚੀ ਜੇ ਤੁਸੀਂ ਜਿੰਨਾ ਮਰਜ਼ੀ ਅੱਖਾਂ ਨਾਲ ਵੇਖ ਲਓ ਤੇ ਅੱਜ ਸਾਰੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਆ। ਸੱਚੀ ਇਹ ਵੇ ਕਿ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੀ ਕਈ ਵਾਰੀ ਕਈ ਬੰਦੇ ਬੈਠੇ ਫੋਨ ਉੱਤੇ ਕੁਝ ਨਾ ਕੁਝ ਵੇਖੀ ਜਾਂਦੇ ਨੇ। ਬੱਕਰੀ ਮੂੰਹ ਮਾਰੀ ਜਾਂਦੀ ਹੈ ਨਾ, ਬਖਸ਼ ਦੇ ਅਜੇ ਸੱਚਾਈ ਹੈ। ਇਹਨੂੰ ਤੁਸੀਂ ਕਹੋ ਵੀ ਅਸੀਂ 8 ਘੰਟੇ 10 ਘੰਟੇ ਲਗਾਤਾਰ ਸਕਰੀਨ ਵੇਖੀ ਜਾਈਏ, ਝਾਤੀ ਮਾਰ ਕੇ ਦੇਖੋ ਇਸ ਅੱਖ ਦੀ ਬੱਕਰੀ ਨੇ ਬਿਲਕੁਲ ਨਹੀਂ ਜੇ ਰਚਨਾ। ਇਹ ਇੱਕ ਨਹੀਂ। ਹੁਣ ਇਹਨਾਂ ਨੂੰ ਰਜਾਣ ਦਾ ਇੱਕੋ ਤਰੀਕਾ ਹੈ ਕਿ ਇਹਨੂੰ ਸ਼ਬਦ ਦਾ ਛਾਂਟਾ ਮਾਰੀਏ। ਮੈਂ ਦੂਜੀ ਸੋਟੀ ਦੀ ਗੱਲ ਨਹੀਂ ਕਰ ਰਿਹਾ। ਜਦੋਂ ਇਹ ਕਿਤੇ ਬਿਰਤੀ ਉੱਠੇ ਤੇ ਗੁਰੂ ਗ੍ਰੰਥ ਸਾਹਿਬ ਨੇ ਸੱਚੀ ਮੁੱਚੀ ਛਾਂਟੇ ਮਾਰ ਕੇ ਕਿਹਾ ਹੈ ਕਿ ਮਿਥਿਆ ਨਾਹੀ ਰਸਨਾ ਪਰਸ, ਪਰ ਤੇਰਿਆ ਰੂਪ ਨਾ ਪੇਖੈ ਨੇਤਰ, ਕਰ ਨਾ ਸੁਣੈ ਕਾਹੂ ਕੀ ਨਿੰਦਾ। ਗੁਰਬਾਣੀ ਦੇ ਰਾਹੀਂ ਜਦੋਂ ਸ਼ਬਦ ਦੇ ਰਾਹੀਂ ਨੂੰ ਛਾਂਟਾ ਮਾਰਾਂਗੇ, ਇਹਨੂੰ ਚਾਬਕ ਮਾਰਾਂਗੇ, ਸੱਚ ਇਹ ਵੇ ਕਿ ਸ਼ਬਦ ਨੇ ਇੰਨਾ ਕਿ ਇਹਨੂੰ ਪਰਪੱਕ ਕਰ ਦੇਣਾ, ਅਭਿਆਸ ਕਰਾ ਦੇਣਾ। ਜਦੋਂ ਸ਼ਬਦ ਦਾ ਅੰਦਰੋਂ ਰਸ ਆਉਣ ਲੱਗ ਪਿਆ, ਬਾਹਰ ਜੋ ਮਰਜੀ ਨਾਚ ਗਾਣਾ ਹੁੰਦਾ ਹੋਵੇ, ਬੱਕਰੀਆਂ ਕਦੀ ਪ੍ਰਵਿਰਤ ਹੁੰਦੀਆਂ ਹੀ ਨਹੀਂ। ਮੈਂ ਫਿਰ ਬੇਨਤੀ ਕਰਾਂਗਾ, ਮੈਂ ਕਹਾਣੀ ਇਸ ਕਰਕੇ ਲਈ ਕਿ ਸਮਝਣ ਲਈ ਅਰਜ਼ ਮੈਂ ਕਰਾਂਗਾ। ਗੁਰੂ ਅੰਗਦ ਸਾਹਿਬ ਕਹਿੰਦੇ ਨੇ ਤ੍ਰਿਪਤ ਨਹੀਂ ਕੋਰਿਆ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀਂ ਦੇਖ ਨਾ ਰੱਜੀਆਂ, ਗੁਣ ਗਾ ਕੇ ਕਵਨ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਜੇ ਕਹੀ ਨਹੀਂ ਜੀ ਮੈਂ ਬੜਾ ਸੰਤੋਖੀ ਹਾਂ, ਮੈਂ ਬੜਾ ਸਬਰ ਵਾਲਾ ਵਾਂ ਜੀ, ਅਸੀਂ ਤੇ ਬੜੇ, ਉਹ ਸੰਤੋਖੀ ਨੂੰ ਕਹਿਣਾ ਨਹੀਂ ਪੈਂਦਾ ਮੈਂ ਸੰਤੋਖੀ ਹਾਂ, ਉਹਦਾ ਜੀਵਨ ਹੀ ਦੱਸ ਦਿੰਦਾ ਸਬਰ ਵਾਲਾ ਹੈ। ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾ ਕੇ ਕਵਨ, ਭੁੱਖਿਆ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਨਾਨਕ ਭੁੱਖਾ ਤਾਂ ਰੱਜੈ, ਤ੍ਰਿਪਤ ਭਈ ਤਾਂ ਰੱਜੈ। ਨਾਨਕ ਭੁੱਖਾ ਤਾਂ ਰੱਜੈ, ਜਾਂ ਗੁਣ ਕਹੈ ਗੁਣੀ ਸਮਾਏ। ਅਸਲ 'ਚ ਅੰਦਰ ਵਾਲੀ ਭੁੱਖ ਤਾਂ ਬੰਦਾ ਰੱਜੇਗਾ ਜਦੋਂ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਜੀ ਦੇ ਗੁਣ ਗਾਏਗਾ, ਉਹ ਤਾਂ ਅੰਦਰ ਨੂੰ ਟਿਕਾ ਦੇ ਸਕਦਾ ਹੈ। ਸਾਡੇ ਇਤਿਹਾਸ ਵਿੱਚ ਇੱਕ ਸਾਖੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਜੀਵਨ ਨਾਲ। ਉਸ ਸਾਖੀ ਵਿੱਚ, ਹਿਸਟਰੀ ਵਿੱਚ ਉਹਦਾ ਸਿਰਫ ਜ਼ਿਕਰ ਇੱਕ ਦਿਨ ਦਾ ਹੀ ਹੁੰਦਾ ਹੈ। ਦੁਬਾਰਾ ਇਤਿਹਾਸ ਵਿੱਚ ਅਸੀਂ ਉਹਦਾ ਜ਼ਿਆਦਾ ਜ਼ਿਕਰ ਨਹੀਂ ਪੜ੍ਹਦੇ, ਉਹਦਾ ਜੀਵਨ ਕੀ ਹੋ ਜਾਊਗਾ ਕਿਵੇਂ। ਮੈਂ ਸਿਰਫ ਬੇਨਤੀ ਕਰ ਲੱਗਾ, ਸ਼ਬਦ, ਬਖਸ਼ਿਸ਼, ਨਾਮ, ਬੰਦਗੀ ਹੀ ਅੰਦਰ ਨੂੰ ਤ੍ਰਿਪਤ ਕਰ ਸਕਦੀ ਹੈ ਗੁਰਮੁਖੋ। ਬਾਕੀ ਜਿਤਨਾ ਮਰਜੀ ਕੋਈ ਸਾਰੀ ਦੁਨੀਆ ਇਕੱਠੀ ਕਰ ਲੋ, ਇੱਥੇ ਲੋਕ ਫਿਰ ਵੀ ਭੁੱਖ ਨਾਲ ਮਰਦੇ ਪਏ ਆ। ਭੁੱਖ ਨਾਲ ਮਰਦੇ ਦਾ ਅਰਥ ਅੰਦਰ ਦੀ ਤ੍ਰਿਸ਼ਨਾ ਨਹੀਂ ਬੁੱਝਦੀ। ਤੇ ਜਿੰਨਾ ਬੰਦਾ ਵੱਡਾ ਹੁੰਦਾ ਹੈ ਨਾ ਪਦਵੀ ਕਰਕੇ, ਇਹ ਵੀ ਕੌੜੀ ਸਚਾਈ ਹੈ। ਜੇ ਦੁਨੀਆ ਵਿੱਚ ਸਭ ਤੋਂ ਭੁੱਖਾ ਕਿਸੇ ਨੂੰ ਵੇਖਣਾ ਤੇ ਚੌਂਕ ਵਿੱਚ ਭਿਖਾਰੀ ਨਾ ਵੇਖੋ, ਸਭ ਤੋਂ ਭੁੱਖੇ ਜੇ ਵੇਖਣੇ ਤੇ ਦੁਨੀਆ ਦੀਆਂ ਪਦਵੀਆਂ ਤੇ ਬੈਠੇ ਹੋਏ ਵੇਖੋ, ਸਭ ਤੋਂ ਵੱਧ ਭੁੱਖੇ ਮਿਲਣਗੇ ਤੁਹਾਨੂੰ। ਸੱਚੀ ਜੇ ਇੱਕ ਮੁਲਕ ਦੀ ਗੱਲ ਨਹੀਂ, ਕਿਸੇ ਕਮਿਊਨਿਟੀ ਦੀ ਨਹੀਂ, ਇੰਨੀ ਭੁੱਖ ਹੈ ਕਿ ਸਭ ਕੁਝ ਹੀ ਮੇਰੇ ਕੋਲ ਆ ਜਾਏ, ਜ਼ਮੀਨ ਵੀ। ਇਹੀ ਤੇ ਬੰਦੇ ਦੀ ਭੁੱਖ ਹੈ। ਯਾਦ ਰੱਖੋ, ਕੱਲੇ ਅਸੀਂ ਇੱਕ ਦੀ ਗੱਲ ਨਾ ਕਰੀਏ, ਇਨਸਾਨ ਦੀ ਭੁੱਖ ਹੈ ਵੇ ਆ ਜ਼ਮੀਨ ਵੀ ਮੇਰੇ ਕਬਜ਼ੇ 'ਚ ਹੋਵੇ,
ਇਹ ਆਕਾਸ਼ ਵੀ ਮੇਰੇ ਕਬਜ਼ੇ 'ਚ ਹੋਵੇ, ਆ ਸਮੁੰਦਰ ਵੀ ਮੇਰੇ ਕਬਜ਼ੇ 'ਚ ਹੋਵੇ। ਇਹੀ ਕਾਰਨ ਕਿ ਇਸ ਧਰਤੀ ਤੇ ਬੈਠੇ ਕੋਈ ਬੰਦੇ ਨੇ ਜਦੋਂ ਰੱਬ ਦੀ ਦਿੱਤੀ ਦਾਨ ਦੀ ਵੰਡੀ ਪਾਈ, ਇਹਨੇ ਆਕਾਸ਼ ਵੀ ਵੰਡਿਆ ਹੈ, ਸਪੇਸ ਵੰਡੀ ਨਹੀਂ ਹੋਈ। ਇਹ ਭੁੱਖ ਹੈ ਨਾ ਕਿ ਸਮੁੰਦਰ ਵੰਡਿਆ ਨਹੀਂ ਹੋਇਆ, ਕਿ ਇਹ ਧਰਤੀ ਵੰਡੀ ਨਹੀਂ ਹੋਈ। ਆ ਜ਼ਮੀਨ ਦੀਆਂ ਖੱਦਾਂ ਸਰਹੱਦਾਂ ਕੀ ਨੇ ਮੁਲਕਾਂ ਦੀਆਂ। ਸੱਚ ਇਹ ਵੇ ਕਿ ਬੰਦਾ ਪੁਲਾੜ ਨੂੰ ਵੀ ਵੰਡਣਾ ਚਾਹੁੰਦਾ, ਵੰਡ ਬੈਠਾ ਕਿ ਇਹ ਮੇਰੇ ਦੇਸ਼ ਦੀ ਸਪੇਸ ਹੈ, ਇੱਥੋਂ ਤੂੰ ਜਹਾਜ਼ ਨਹੀਂ ਕੱਢ ਸਕਦਾ, ਆ ਮੇਰੀ ਜ਼ਮੀਨ ਹੈ, ਇਸ ਹੱਦ ਵੀ ਤੂੰ ਪੈਰ ਨਹੀਂ ਪਾ ਸਕਦਾ। ਇਹ ਖੱਦਾਂ, ਇਹ ਸਰਹੱਦਾਂ ਸਭ ਕੁਝ ਵੰਡਦਾ ਪਿਆ। ਪਰ ਪਿਆਰਿਓ, ਫਿਰ ਵੀ ਵੱਡਾ ਮੁਲਕ ਜਿਹੜਾ ਛੋਟੇ ਨੂੰ ਖਾਣਾ ਹੀ ਚਾਹੁੰਦਾ ਹੈ। ਇਹ ਇਨਸਾਨ ਦੀ ਇੱਕ ਬਿਰਤੀ ਹੈ। ਗੁਰੂ ਗ੍ਰੰਥ ਸਾਹਿਬ ਇੱਕ ਬਖਸ਼ਿਸ਼ ਕਰਦੇ ਆ, ਇਹਨੂੰ ਇਕੱਲੇ ਸਿੱਖਾਂ ਨਾਲ ਨਾ ਜੋੜ ਕੇ ਦੇਖੋ। ਸੱਚ ਇਹ ਵੇ ਪੂਰੀ ਮਾਨਵਤਾ ਨੂੰ ਗੁਰੂ ਗ੍ਰੰਥ ਸਾਹਿਬ ਕਹਿੰਦਾ, ਲੋਕੋ ਜੋ ਮਰਜੀ ਇਕੱਠਾ ਕਰ ਲੋ, ਜਿੰਨੇ ਮਰਜੀ ਕਬਜ਼ੇ ਕਰ ਲੋ, ਅੰਦਰ ਦੀ ਭਟਕਣਾ ਨਹੀਂ ਜਾਣੀ। ਅੰਦਰ ਦੀ ਭੁੱਖ ਕੇਵਲ ਪਰਮਾਤਮਾ ਦਾ ਨਾਮ ਹੀ ਮਿਟਾਉਂਦਾ ਹੈ। ਇੱਕ ਉਦਾਹਰਨ ਮੈਂ ਆਪ ਜੀ ਨੂੰ ਦੇਣਾ ਇਤਿਹਾਸ ਵਿੱਚੋਂ ਕਿ ਤ੍ਰਿਪਤੀ ਕਿਹਨੂੰ ਕਹਿੰਦੇ ਆ। ਤ੍ਰਿਪਤ ਦਾ ਅਰਥ ਮੈਂ ਇਹ ਨਹੀਂ ਕਰ ਰਿਹਾ ਵੀ ਢਿੱਡ ਦਾ ਰੱਜ ਜਾਣਾ, ਜਿਵੇਂ ਆਪਾਂ ਕਹਿੰਦੇ ਨਹੀਂ ਜੀ ਹੁਣ ਤ੍ਰਿਪਤ ਹੋ ਗਏ ਆ, ਅੱਜ 10 ਵਜੇ ਤ੍ਰਿਪਤ ਹੁੰਦਾ, 12 ਵਜੇ ਫਿਰ ਥਾਲੀ ਲੈ ਕੇ ਬੈਠਾ ਹੁੰਦਾ, ਉਹ ਤ੍ਰਿਪਤ ਹੋ ਰਿਹਾ। ਤ੍ਰਿਪਤ ਦਾ ਮਤਲਬ ਕਿ ਜਿਹਦੇ ਅੰਦਰ ਉਹ ਫੁਰਨਾ, ਕਰਮ ਤਾਂ ਕਿ ਫੁਰਨਾ ਵੀ ਨਾ ਉੱਠੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ ਆਪ ਸਭ ਨੂੰ ਪਤਾ ਹੈ, ਰਾਏ ਭੋਏ ਜੀ ਦੀ ਤਲਵੰਡੀ ਚ ਹੋਇਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਸਭ ਤੋਂ ਪਹਿਲਾਂ ਜਿਹੜੇ ਦੀਦਾਰ ਨੇ ਮੁਸਲਮਾਨ ਔਰਤ ਨੇ ਕੀਤੇ। ਮੈਂ ਇਸ ਲਈ ਨਹੀਂ ਕਿ ਇਹ ਕੋਈ ਕੰਨ ਰਸ ਲਈ, ਸਿਰਫ ਇੱਕ ਉਦਾਹਰਨ ਦੇਣ ਲੱਗਾ ਵੀ ਤ੍ਰਿਪਤੀ ਕੀ ਹੈ। ਤੇ ਜਦੋਂ ਗੁਰਪ੍ਰਸਾਦ ਵਰਦਾ, ਪਤਾ ਨਹੀਂ ਕਿਸ ਘੜੀ ਕਿਸੇ ਦੇ ਅੰਦਰ ਨੂੰ ਮੇਰੇ ਗੁਰੂ ਨਾਨਕ ਨੇ ਰਜਾ ਦੇਣਾ ਹੈ। ਮਹਾਰਾਜ ਜੀ ਦਾ ਜਦੋਂ ਆਗਮਨ ਹੋਇਆ ਤੇ ਸਭ ਤੋਂ ਪਹਿਲੇ ਦੀਦਾਰ ਜਿਹੜੇ ਨੇ ਮੁਸਲਮਾਨ ਔਰਤ ਦੌਲਤਾਂ ਦਾਈ ਨੇ ਕੀਤੇ। ਸਾਡੇ ਚਾਹੇ ਕਾਵਕ ਗ੍ਰੰਥ ਨੇ, ਕਵਿਤਾ ਵਿੱਚ ਨੇ, ਭਾਵੇਂ ਵਾਰਤਕ ਨੇ, ਭਾਵੇਂ ਭਾਵਨਾ ਵਾਲੇ ਵਿਦਵਾਨਾਂ ਨੇ ਜ਼ਿਕਰ ਕੀਤਾ। ਮੈਂ ਭਾਵਨਾ ਵਾਲੇ ਤਾਂ ਕਿਹਾ, ਆਮ ਤੌਰ ਤੇ ਲਿਖਾਰੀ ਉਹ ਸ਼ੁਰੂ ਕਰਨਗੇ ਨਹੀਂ ਜੀ ਇਹ ਤਾਂ ਮਨੌਤ ਹੁੰਦੀ ਹੈ ਜੀ, ਫਲਾਣੇ ਧਰਮ ਵਿੱਚ ਹੁੰਦੀ ਹੈ, ਫਲਾਣੇ ਪੈਗੰਬਰ ਦੀ ਉਹ ਉਦਾਹਰਨ ਲੈ ਲਈ। ਭਾਵਨਾ ਵਾਲੇ ਇਸ ਗੱਲ ਨੂੰ ਸਮਝਣਗੇ ਕਿ ਦੌਲਤਾਂ ਦਾਈ ਨੇ ਦੀਦਾਰ ਕੀਤੇ। ਤੇ ਉਸ ਔਰਤ ਨੇ ਕੇਵਲ ਬਾਬਾ ਕਾਲੂ ਸਾਹਿਬ ਜੀ ਦੇ ਘਰ ਹੀ ਨਹੀਂ ਗਈ, ਕਿਉਂਕਿ ਉਸ ਪਿੰਡ ਵਿੱਚ ਉਹਦਾ ਕਿੱਤਾ ਹੀ ਇਹ ਸੀ ਕਿ ਜਦੋਂ ਕਿਸੇ ਦੇ ਘਰ ਸੰਤਾਨ ਪੈਦਾ ਹੁੰਦੀ ਸੀ, ਉਸ ਬੀਬੀ ਦੀ ਉਹਨੇ ਸੇਵਾ ਕਰਨੀ ਜਾਂ ਘੁੱਟਣਾ ਨੱਪਣਾ, ਤੇ ਉਸਨੇ ਦਾਈ ਪੁਣੇ ਦੇ ਕੰਮ ਵਿੱਚ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ, ਪੇਟ ਦਾ ਗੁਜ਼ਾਰਾ ਕਰਨਾ। ਤੇ ਉਹਨੂੰ ਇੱਕ ਆਸ ਹੁੰਦੀ ਸੀ ਕਿ ਕਿਸੇ ਘਰ ਵੀ ਪੁੱਤਰ ਧੀ ਹੁੰਦਾ ਹੈ ਤੇ ਮੈਨੂੰ ਕੁਛ ਨਾ ਕੁਛ ਮਿਲੇਗਾ। ਸਾਡੇ ਸਿੱਖ ਵਿਦਵਾਨਾਂ ਨੇ ਜ਼ਿਆਦਾ ਨਹੀਂ ਹੋ ਸਕਦਾ ਆਪਣੇ ਖਿਆਲ ਵੀ ਸਿਰਜੇ ਨੇ। ਕਹਿੰਦੇ ਨੇ ਕਿ ਅਸਲ 'ਚ ਜਿਸ ਦਿਨ ਮੇਰੇ ਹਜ਼ੂਰ ਗੁਰੂ ਨਾਨਕ ਸਾਹਿਬ ਦੀ ਆਮਦ ਹੋਣੀ ਹੈ, ਉਸ ਤੋਂ ਪਹਿਲਾਂ ਇਹ ਦੌਲਤਾਂ ਦਾਈ ਬਾਬਾ ਜੀ ਦੇ ਘਰ ਜਾਂਦੀ ਹੈ। ਮੈਂ ਬਾਬਾ ਜੀ ਸ਼ਬਦ ਬਾਬਾ ਕਾਲੂ ਸਾਹਿਬ ਜੀ ਲਈ ਵਰਤ ਰਿਹਾ। ਉਹਨਾਂ ਦੇ ਘਰ ਜਾਂਦੀ ਹੈ, ਸਨਮਾਨਯੋਗ ਮਾਤਾ ਤ੍ਰਿਪਤਾ ਜੀ ਦੀ ਆਪਣੇ ਖੱਤੀ ਸੇਵਾ ਕਰਦੀ ਹੈ। ਪਰ ਨਾਲ ਉਹਦੇ ਇੱਕ ਇਹ ਖਿਆਲ ਤੁਰਿਆ ਰਹਿੰਦਾ ਹੈ ਕਿ ਪਟਵਾਰੀ ਦਾ ਘਰ ਹੈ, ਧਨ ਦੌਲਤ ਦੀ ਕਮੀ ਕੋਈ ਨਹੀਂ। ਤੇ ਸੇਵਾ ਕਰਦਿਆਂ ਕਰਦਿਆਂ ਦੱਸ ਵੀ ਦਿੰਦੀ ਏ ਕਿ ਰੱਬ ਨੇ, ਵਾਹਿਗੁਰੂ ਨੇ ਜਾਂ ਅੱਲਾ ਸ਼ਬਦ ਵਰਤਾ, ਅੱਲਾ ਨੇ ਦਾਤ ਦਿੱਤੀ ਤੇ ਦੇਖਿਓ ਮੈਨੂੰ 4 ਮਣ ਦਾਣੇ ਦੇ ਦਿਓ, ਮੇਰੀ ਰੋਟੀ ਚੰਗੀ ਚੱਲ ਜਾਏਗੀ, ਤਨ ਢੱਕਣ ਨੂੰ ਬਸਤਰ ਦੇ ਦੇਣਾ, ਪੈਸੇ, ਉਹ ਸਾਰੇ ਸ਼ਬਦ ਕਹਿੰਦੀ। ਸੱਚ ਹੈ ਜੀ, ਮੇਰੇ ਹਜ਼ੂਰ ਦੀ ਜਦੋਂ ਆਮਦ ਹੋਈ ਉਦੋਂ ਨੂੰ ਖੁਸ਼ ਸੀ ਦਿਨੇ ਕਿ ਅੱਜ ਮੇਰੀ ਝੋਲੀ ਇਸ ਘਰ ਚੋਂ ਭਰੀ ਜਾਣੀ ਹੈ, ਦੌਲਤ ਮਿਲੇਗੀ, ਅਨਾਜ ਮਿਲੇਗਾ। ਤੇ ਪੁਰਾਣੇ ਸਮੇਂ ਕਈ ਵਾਰੀ ਚੰਗੇ ਰੱਜ ਦੇ ਜਿਹੜੇ ਘਰ ਸਨ, ਉਹ ਦਾਈਆਂ ਨੂੰ ਮਾਲ ਡੰਗਰ ਵੀ ਦੇ ਦਿੰਦੇ ਸਨ, ਸੱਜਰੀ ਗਾਂ ਜਾਂ ਮੱਝ ਦੇ ਦੇਣੀ। ਉਹ ਇੰਨੀ ਵੱਡੀ ਆਸ ਨਾਲ ਆਈ, ਅੱਜ ਮੇਰੀ ਝੋਲੀ ਭਰੇਗਾ ਬਾਬਾ ਕਾਲੂ। ਉਹ ਝੋਲੀ ਭਰਨ ਦੀ ਆਸ ਨਾਲ ਆਈ, ਪਰ ਉਹਨੂੰ ਇਹ ਪਤਾ ਹੀ ਨਹੀਂ ਕਿ ਅੱਜ ਸਭ ਤੋਂ ਪਹਿਲਾਂ ਤੇਰੀ ਝੋਲੀ ਉਸਨੇ ਭਰਨੀ ਹੈ ਜਿਹਨੇ ਸੰਸਾਰ ਨੂੰ ਰਜਾ ਕੇ ਜਾਣਾ ਹੈ। ਉਹਨੂੰ ਅਜੇ ਪਤਾ ਨਹੀਂ। ਆਈ ਤਾਂ ਭੁੱਖ ਲੈ ਕੇ। ਬੇਨਤੀ ਸੁਣਿਓ, ਉੱਥੇ 3 ਗੱਲਾਂ ਉਹਨੇ ਕੀਤੀਆਂ। ਹਜ਼ੂਰ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਆਗਮਨ ਹੋਇਆ।
ਉਹ ਬਾਹਰ ਆਈ। ਪਰ ਜਦੋਂ ਉਹ ਅੰਦਰ ਮਾਤ ਤ੍ਰਿਪਤਾ ਜੀ ਦੇ ਕੋਲ ਗਈ ਸੀ, ਉਦੋਂ ਸੱਚੀ ਮੁੱਚੀ ਬਿਰਤੀ ਇਹੀ ਸੀ ਕਿ ਪੁੱਤ ਹੋਵੇਗਾ ਆ ਮੰਗਾਂਗੀ। ਉਦੋਂ ਉਹਦੇ ਉਹੀ ਪੁਰਾਣੀ ਚੁੰਨੀ, ਪੁਰਾਣੇ ਕੱਪੜੇ, ਮੰਦਰ ਦੀ ਬਿਰਤੀ ਸੀ ਬਾਹਰ ਨਿਕਲਾਂਗੀ ਤੇ ਆ ਕੁਝ ਮੰਗਾਂਗੀ। ਸੱਚ ਇਹ ਵੇ ਜਦੋਂ ਉਹ ਬਾਹਰ ਆਈ, ਸਨਮਾਨਯੋਗ ਬਾਬਾ ਕਾਲੂ ਜੀ ਬਾਹਰ ਬੈਠੇ ਸਨ ਤੇ ਉਹਨਾਂ ਨੂੰ ਉਹਨੇ ਵਧਾਈ ਦਿੱਤੀ। ਪਰ ਕਹਿੰਦੇ ਨੇ ਵਧਾਈ ਦੇਣ ਲੱਗਿਆਂ ਉਹਦਾ ਗਲਾ ਭਰਿਆ ਹੋਇਆ ਸੀ, ਅੱਖਾਂ ਉਹਦੀਆਂ ਭਿੱਜੀਆਂ ਹੋਈਆਂ ਸਨ ਤੇ ਜਦੋਂ ਅੱਖਾਂ ਵਿੱਚੋਂ ਨੀਰ ਨਿਕਲ ਰਿਹਾ ਹੈ, ਆਪਣੀ ਉਸ ਪੁਰਾਣੀ ਦੀ ਚੁੰਨੀ ਨਾਲ ਆਪਣੀਆਂ ਅੱਖਾਂ ਪੂੰਝਦੀ ਹੈ। ਅੱਖਾਂ ਪੂੰਝਦੀ ਭਰੇ ਹੋਏ ਗਲੇ ਨਾਲ ਕਹਿੰਦੀ ਹੈ, ਵੇ ਮੈਂ ਤਿਆ ਤੈਨੂੰ ਵਧਾਈ ਹੋਵੇ। ਇਹਨਾਂ ਸ਼ਬਦ ਕਹਿੰਦੀ ਹੈ, ਅੱਗੋਂ ਸ਼ਬਦ ਨਹੀਂ ਨਿਕਲਦਾ। ਬਾਬਾ ਕਾਲੂ ਸਾਹਿਬ ਜੀ ਅਤ ਦੇ ਪ੍ਰਸੰਨ ਹੋਏ, ਆਨੰਦਿਤ ਹੋਏ ਤੇ ਨਾਲ ਉਹ ਇੱਕ ਥੋੜੀ ਜਿਹੀ ਚਿੰਤਾ ਲੱਗ ਵੀ, ਇਹ ਰੋ ਕਿਉਂ ਰਹੀ ਹੈ? ਵਧਾਈ ਦਿੰਦੀ ਹੈ ਤੇ ਵਧਾਈ ਨਾਲ ਰੋਣਾ ਕਿਉਂ? ਤੇ ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਯਾਦ ਰੱਖਿਓ, ਅੰਦਰ ਦੀ ਅਵਸਥਾ ਹੈ, ਜਿੱਥੇ ਰੱਬ ਦੇ ਮਿਲਾਪ ਦਾ ਚਾਹ ਆਏਗਾ ਉੱਥੇ ਬੈਰਾਗ ਜ਼ਰੂਰ ਆਏਗਾ। ਇਹ ਚਾਹ ਤੇ ਬੈਰਾਗ ਤੋਂ ਬਿਨਾਂ ਗੱਲ ਹੀ ਨਹੀਂ ਬਣਦੀ। ਇਸੇ ਕਰਕੇ ਮਹਾਰਾਜ ਨੇ ਬਾਣੀ 'ਚ ਵੀ ਸ਼ਬਦ ਵਰਤਿਆ, ਹਰ ਤੀਜੜੀ ਲਾਭ ਮਨ ਚਾਉ ਭਇਆ। ਚਾਹ ਹੈ ਪਰ ਨਾਲ ਬੈਰਾਗੀਆਂ ਦੇ ਅੰਦਰ ਹੈ। ਹਰ ਤੀਜੜੀ ਲਾਭ ਮਨ ਚਾਉ ਭਇਆ, ਬੈਰਾਗੀਆਂ ਬਲਰਾਮ ਜੀਓ। ਮਨ ਬੈਰਾਗ ਭਇਆ, ਦਰਸ਼ਨ ਦੇਖਣੇ ਕਾ ਚਾਓ। ਬੈਰਾਗ ਤੇ ਚਾਹ ਦੋਨੋਂ ਇਕੱਠੇ ਆ। ਉਹਨੂੰ ਚਾਹ ਇਸ ਚੀਜ਼ ਦਾ ਹੈ ਕਿ ਅੰਦਰੋਂ ਰੱਜ ਗਈ, ਪਹਿਲਾ ਦੀਦਾਰ ਉਹਨੇ ਪਾਇਆ। ਤੇ ਗੁਰਮੁਖੋ ਬੈਰਾਗ ਅੱਜ ਉਹਦੇ ਅਥਰੂ ਤ੍ਰਿਸ਼ਨਾ ਦੇ ਨਹੀਂ, ਉਹਦੇ ਅਥਰੂ ਸ਼ੁਕਰਾਨੇ ਦੇ ਅਥਰੂ ਨੇ। ਬਾਬਾ ਜੀ ਨੇ ਚਿੰਤਾ ਜ਼ਰੂਰ ਜ਼ਾਹਿਰ ਕੀਤੀ ਵੀ ਹੋਇਆ ਕਿ ਤੂੰ ਰੋ ਕਿਉਂ ਰਹੀ ਹੈ? ਸਾਡਾ ਇਤਿਹਾਸ ਕਹਿੰਦਾ ਜੀ, ਬਰਤਨ ਵਿੱਚ ਕੁਝ ਪਾ ਕੇ, ਮੋਤੀ ਸਨ ਜਾਂ ਮੋਹਰਾਂ ਸਨ ਜਾਂ ਪੈਸੇ ਸਨ, ਉਹ ਦੇਣ ਲੱਗੇ। ਇੱਕ ਹੱਥ ਨਾਲ ਚੁੰਨੀ ਨਾਲ ਆਪਣੇ ਅਥਰੂ ਪੂੰਝ ਰਹੀ ਹੈ ਤੇ ਦੂਜਾ ਹੱਥ ਬਾਬਾ ਕਾਲੂ ਸਾਹਿਬ ਜੀ ਦੇ ਉਸ ਬਰਤਨ, ਜਿਸ ਪਲੇਟ ਵਿੱਚ ਉਹਨਾਂ ਪੈਸੇ ਪਾਏ ਨੇ, ਉਹਨੂੰ ਹੱਥ ਨਾਲ ਪਰਾਂ ਕਰਕੇ ਕਹਿੰਦੀ ਏ, ਵੇ ਰਹਿਣ ਦੇਵੇ ਮੈਂ ਤਿਆ, ਮੈਂ ਤਾਂ ਬਹੁਤ ਰੱਜੀ। ਆ ਰੱਜਣਾ ਹੈ। ਮੈਂ ਉਦਾਹਰਨ ਲਈ, ਕਿਉਂਕਿ ਇਹ ਨਹੀਂ ਕਿ ਜੇ ਬਾਣੀ ਕਹਿ ਰਹੀ ਹੈ ਤੇ ਇਹ ਬਾਣੀ ਜੇ ਕਹਿ ਰਹੀ ਹੈ ਤੇ ਪ੍ਰੈਕਟੀਕਲ ਵੀ ਕਿਤੇ ਹੈ ਨਾ। ਕਹਿਣ ਲੱਗੇ ਰਹਿਣ ਦੇਵੇ ਮੈਂ ਤਿਆ, ਮੈਂ ਤਾਂ ਬਹੁਤ ਰੱਜੀ। ਇਸ ਰੱਜੀ ਦੇ ਅਰਥ ਕੀ ਨੇ? ਉਸ ਵਕਤ ਬਾਬਾ ਜੀ ਨੇ ਕਿਹਾ ਸ਼ਾਇਦ ਕਿ ਇਹਨੂੰ ਥੋੜੇ ਲੱਗ ਰਹੇ ਨੇ। ਬਾਬਾ ਕਾਲੂ ਸਾਹਿਬ ਕਹਿੰਦੇ ਤੂੰ ਅੱਜ ਝੋਲੀ 'ਚ ਵਧਾਈ ਪਾ, ਜੋ ਚੀਜ਼ ਮੰਗੇਗੀ, ਬਸਤਰ, ਅਨਾਜ, ਮਾਲ, ਡੰਗਰ, ਪਸ਼ੂ ਸਭ ਕੁਝ ਦਿਆਂਗੇ, ਤੂੰ ਝੋਲੀ ਕਰ। ਉਸ ਸ਼ਰਧਾ 'ਚ ਭਿੱਜੀ ਨੇ ਕਿਹਾ ਸੀ, ਮਾਪਿਆਂ ਨੇ ਨਾਮ ਦੌਲਤਾਂ ਰੱਖਿਆ ਪਰ ਸੱਚੀ ਮੁੱਚੀ ਅੰਦਰ ਦੀ ਭੁੱਖ ਕਦੀ ਨਹੀਂ ਸੀ ਮਰੀ। ਨਾਂ ਦੀ ਦੌਲਤਾਂ ਸਾਂ, ਅੰਦਰ ਦੀ ਤ੍ਰਿਸ਼ਨਾ ਇਹ ਤ੍ਰਿਪਤੀ ਸੀ, ਅੰਦਰ ਤ੍ਰਿਪਤ ਨਹੀਂ ਸੀ। ਸੱਚ ਇਹ ਵੇ ਕਿ ਤੇਰੇ ਪੁੱਤਰ ਦੇ ਪਹਿਲੇ ਦੀਦਾਰ ਨੇ, ਤੇਰੇ ਪੁੱਤਰ ਦੀ ਪਹਿਲੀ ਮੁਸਕਰਾਹਟ ਨੇ ਸੱਚੀ ਮੁੱਚੀ ਕਰੋੜਾਂ ਜਨਮਾਂ ਦੀ ਭੁੱਖ ਮਿਟਾ ਕੇ ਅੱਜ ਮੇਰਾ ਨਾਮ ਸਬਰ ਕਰ ਦਿੱਤਾ। ਮੈਂ ਅੰਦਰੋਂ ਵੀ ਦੌਲਤ ਵਾਲੀ ਹੋ ਗਈ ਹਾਂ। ਮੈਨੂੰ ਇਹ ਨਹੀਂ ਚਾਹੀਦਾ। ਸੁਣਿਓ ਗੁਰਮੁਖੋ, ਥੋੜੀ ਜੀ ਬੇਨਤੀ, ਆਪ ਜੀ ਦਾ ਸ਼ੁਕਰਾਨਾ। ਪੰਡਤ ਹਰਦਿਆਲ ਜੀ ਹੁੰਦੇ ਆ, ਮੈਂ ਕੱਲੀ ਕਹਾਣੀ ਨੇ ਉਹਦੇ 3 ਗੱਲਾਂ ਕਹੀਆਂ, ਉਹ ਤੋਂ ਬਾਅਦ ਦੌਲਤਾਂ ਦਾਈ ਦਾ ਜ਼ਿਕਰ ਹੀ ਨਹੀਂ ਕੋਈ ਕਰਦਾ। ਇਹਦਾ ਮਤਲਬ ਉਹ ਕਿਸ ਅਵਸਥਾ ਤੇ ਪਹੁੰਚ ਗਈ ਹੋਵੇਗੀ। ਪੰਡਤ ਹਰਦਿਆਲ ਜੀ ਨੇ ਪੁੱਛਿਆ, ਕਿਉਂਕਿ ਪੱਤਰੀ ਬਣਾਣੀ ਸੀ ਤੇ ਇਹ ਮੰਜੀ ਸਾਹਿਬ ਤੋਂ ਮੈਂ ਬੇਨਤੀ ਕਰ ਰਿਹਾ ਵੀ ਇਹਦੇ ਅਰਥ ਇਹ ਨਾ ਕੋਈ ਕਰਦਾ ਜੀ ਉੱਥੇ ਤੇ ਅੱਜ ਕੱਲ ਪੱਤਰੀਆਂ ਬਾਹਮਣਾ ਵਾਲੀਆਂ ਚੱਲ ਪਈਆਂ, ਉਹਨਾਂ ਜਨੇਊ ਪਾਣ ਦਾ ਵੀ ਪਾਇਆ ਨਹੀਂ, ਜਨੇਊ ਪਾਣ ਦਾ ਜ਼ਿਕਰ ਕੀਤਾ। ਪਿਤਾ ਜੀ ਨੇ ਤੇ ਆਪਣੀਆਂ ਪੁਰਾਣੀਆਂ ਰਸਮਾਂ ਕਰਨੀਆਂ ਸਨ। ਪੰਡਤ ਹਰਦਿਆਲ ਚੰਗਾ ਸੂਝਵਾਨ ਸੀ। ਉਹ ਇਹ ਆ ਝੋਲਾ ਛਾਪ ਨਹੀਂ ਸੀ ਬੰਦਾ, ਉਹ ਅੰਦਰ ਜੋਤਿਸ਼ ਦੀ ਵਿਦਿਆ ਵੀ ਜਾਣਦਾ ਸੀ। ਉਸ ਵਕਤ ਉਹਨੇ ਆ ਕੇ ਪੁੱਛਿਆ ਵੀ ਮੈਨੂੰ, ਦਾਈ ਨੂੰ ਕਹਿੰਦਾ ਮੈਨੂੰ ਦੱਸ ਸੱਚੀ ਮੁੱਚੀ ਜੀ। ਉਹ ਜਦੋਂ ਆਈ, ਉਹਦੇ ਨੇਤਰਾਂ ਵਿੱਚ ਕੋਈ ਸਰੂਰ ਸੀ, ਉਹਦੇ ਬੋਲਾਂ ਦੇ ਵਿੱਚ ਅੱਜ ਦਾਈ ਵਾਲੇ ਬੋਲ ਨਹੀਂ ਸਨ, ਉਹਦੇ ਬੋਲਾਂ ਵਿੱਚ ਗੁਰੂ ਨਾਨਕ ਦੇ ਘਰ ਦੀ ਰੂਹਾਨੀਅਤ, ਪਾਤਸ਼ਾਹੀ ਦੇ ਬੋਲ ਸਨ ਕਿ ਜਿਸ ਨੂੰ ਬਖਸ਼ੇ ਸਿਬਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਉਹਦੇ ਬੋਲ, ਉਹਦੇ ਨੇਤਰ, ਉਹਦੀ ਚਾਲ 'ਚ ਵੱਖਰਾ ਹੀ ਸੀ ਸਭ ਕੁਝ।
ਉਹਨੇ ਕਿਹਾ ਮੈਨੂੰ ਦੱਸ। ਉਹਨੇ ਕਿਹਾ ਮੈਂ ਤੈਨੂੰ 3 ਗੱਲਾਂ ਕਹਿਣੀਆਂ ਚਾਹਨੀਆਂ ਪੰਡਤ ਜੀ ਨੂੰ। ਕਹਿਣ ਲੱਗੀ ਮੇਰੀ ਜ਼ਿੰਦਗੀ ਦਾ ਤਜਰਬਾ ਹੈ, ਅਨੇਕਾਂ ਬੱਚਿਆਂ ਨੇ ਮੇਰੇ ਹੱਥ ਰਾਹੀਂ ਜਨਮ ਲਿਆ, ਅੱਜ ਤੱਕ ਕਦੀ ਵੀ ਇਹ ਕੁਝ ਨਹੀਂ ਵਾਪਰਿਆ ਕਿ ਹਰ ਬੱਚਾ ਜਦੋਂ ਮੈਂ ਜਨਮ ਦਿਵਾਨੀ ਹਾਂ ਰੋਂਦਾ ਹੈ, ਇਹ ਰੋਏ ਕੋਈ ਨਹੀਂ, ਇਹ ਮੁਸਕਰਾਏ ਨੇ। ਪਹਿਲੀ ਗੱਲ ਉਹਨੇ ਕਹੀ ਉਹ ਮੁਸਕਰਾਏ ਨੇ। ਦੂਜੀ ਗੱਲ ਉਹਨੇ ਕਿਹਾ ਮੇਰੇ ਅੰਦਰ ਦੇ ਇੱਕੋ ਦਮ ਭੁੱਖ ਦੇ ਫੁਰਨੇ ਸਭ ਮਿਟ ਗਏ, ਮੈਂ ਰੱਜ ਗਈ। ਪਰ ਉਹਨੇ ਮੈਂ ਰੱਜ ਗਈ ਈਗੋ ਚ ਨਹੀਂ, ਮੈਂ ਤ੍ਰਿਪਤ ਹੋ ਗਈ ਅੰਦਰੋਂ। ਤੇ ਤੀਸਰੀ ਗੱਲ ਉਹਨੇ ਕਹੀ ਪੰਡਿਤ ਜੀ ਜਦੋਂ ਇਹਨਾਂ ਦਾ ਆਗਮਨ ਹੋਇਆ ਮੈਨੂੰ ਅੰਦਰੋਂ ਸ਼ਬਦ ਸੁਣਾਈ ਦਿੱਤਾ। ਭਾਵੇਂ ਸਾਡੇ ਸੱਜਣ ਬਾਹਰਮੁਖੀ ਕਰਦੇ ਆ ਕਿ ਧੰਨ ਨਿਰੰਕਾਰ ਇਹ ਸ਼ਬਦ, ਕੋਈ ਕਹਿੰਦਾ ਵਾਹਿਗੁਰੂ ਸ਼ਬਦ ਨਹੀਂ। ਗੁਰਮੁਖੋ ਸ਼ਬਦ ਸਾਰਿਆਂ ਦੇ ਅੰਦਰ ਹੀ ਹੈ। ਦੌਲਤਾਂ ਦੇ ਅੰਦਰ ਸ਼ਬਦ ਨਹੀਂ ਸੀ? ਕਿਹੜਾ ਜੀਵ ਹੈ ਜਿਹਦੇ ਅੰਦਰ ਸ਼ਬਦ ਨਹੀਂ? ਹਰ ਇੱਕ ਦੇ ਅੰਦਰ ਸ਼ਬਦ ਹੈ, ਪਰ ਸਾਊਂਡ ਦਾ ਪ੍ਰਦੂਸ਼ਣ ਹੀ ਇੰਨਾ ਜ਼ਿਆਦਾ ਹੈ, ਅੰਦਰ ਦਾ ਸ਼ਬਦ ਬਾਹਰ ਦੇ ਥੋਥੇ ਸ਼ਬਦ ਆਵਾਜ਼ ਪਹੁੰਚਣ ਹੀ ਨਹੀਂ ਦਿੰਦੇ। ਮੇਰੇ ਗੁਰੂ ਨਾਨਕ ਨੇ ਪਹਿਲੀ ਨਜ਼ਰ ਕੀਤੀ, ਅੰਦਰ ਦਾ ਸਾਰਾ ਸ਼ੋਰ ਸ਼ਰਾਬਾ ਖਤਮ ਕਰਕੇ ਜਿਹੜਾ ਸ਼ਬਦ ਉਹਦੇ ਅੰਦਰ ਚੱਲਦਾ ਸੀ ਉਹਨੂੰ ਪ੍ਰਗਟ ਕਰ ਦਿੱਤਾ। ਮੇਰੀ ਫਿਰ ਬੇਨਤੀ, ਸ਼ਬਦ ਸੁਣਿਆ? ਉਹਨੇ ਕਿਹਾ ਮੈਂ ਸ਼ਬਦ ਸੁਣਿਆ। ਮੈਂ ਤਾਂ ਇਹ ਬੇਨਤੀ ਕਰ ਰਿਹਾ, ਮਨ ਚ ਹੋਵੇਗਾ ਵੀ ਅਜੇ ਤੇ ਬਾਬਾ ਜੀ ਦਾ ਆਗਮਨ ਹੋਇਆ, ਜਪਜੀ ਸਾਹਿਬ ਕਿੱਥੇ ਉਚਾਰ ਦਿੱਤਾ, ਕਿਉਂਕਿ ਤਰਕ ਵਾਲਾ ਕਿਸੇ ਹੱਦ ਤੱਕ ਜਾ ਸਕਦਾ, ਪਰ ਅਸੀਂ ਭਾਵਨਾ ਨੂੰ ਦੇਖਣਾ ਸ਼ਬਦ ਸੁਣਿਆ। ਦੂਜੀ ਗੱਲ ਉਹਨੇ ਕਹੀ ਮੈਂ ਰੱਜ ਗਈ। ਤੀਸਰੀ ਗੱਲ ਕਹੀ ਉਹ ਮੁਸਕਰਾਏ ਨੇ। ਗੁਰਮਖੋ ਹੁਣ ਤੁਸੀਂ ਇੱਕ ਗੱਲ ਧਿਆਨ ਨਾਲ ਸੁਣੋ, ਰੱਜ ਗਈ ਦਾ ਮਤਲਬ ਉਹਦੇ ਘਰ ਘੋੜੇ ਵੱਜ ਗਏ, ਉਹਦੇ ਘਰ ਮੱਝਾਂ ਗਾਵਾਂ ਚਲੀਆਂ ਗਈਆਂ, ਉਹਦੇ ਘਰ ਖਜ਼ਾਨਾ ਚਲਾ ਗਿਆ। ਉਹ ਬੈਠੀ ਉੱਥੇ ਖਲੋਤੀ ਉੱਥੇ, ਜੋ ਬਾਬਾ ਕਾਲੂ ਜੀ ਦੇ ਰਹੇ ਨੇ ਉਹ ਵੀ ਕਹਿੰਦੀ ਮੈਂ ਨਹੀਂ ਲੈਣਾ, ਮੈਂ ਰੱਜੀ। ਗੁਰਮਖੋ ਉਸ ਰੱਜੀ ਦਾ ਅਰਥ ਹੈ ਗੁਰਪ੍ਰਸਾਦ। ਉਸ ਰੱਜੀ ਦਾ ਅਰਥ ਹੈ ਗੁਰੂ ਦੀ ਨਦਰ। ਜਦੋਂ ਧੁਰ ਅੰਦਰ ਨਦਰ ਵਾਪਰ ਜਾਏ, ਚੇਤੇ ਰੱਖਿਓ ਸੁੱਕੀ ਰੋਟੀ ਖਾਣ ਵਾਲੀ ਦੌਲਤਾਂ ਵੀ ਕਹਿੰਦੀ ਅੱਜ ਮੈਂ ਰੱਜ ਗਈ, ਮੈਂ ਤ੍ਰਿਪਤ ਹੋ ਗਈ ਹਾਂ। ਉਹ ਤ੍ਰਿਪਤ ਦੇ ਅਰਥ ਬਹੁਤ ਡੂੰਘੇ ਨੇ, ਉਹਦੇ ਰੱਜਣ ਦਾ ਕੋਈ ਭਾਵ ਹੈ। ਉਹਨੇ ਸ਼ਬਦ ਸੁਣਿਆ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਅੱਜ ਗੁਰੂ ਜੀ ਕਹਿੰਦੇ ਤ੍ਰਿਪਤ ਭਾਈ, ਮੈਂ ਉਦਾਹਰਨ ਲਈ ਹੈ ਕਿ ਅੰਦਰੋਂ ਤ੍ਰਿਪਤ ਹੋ ਗਏ ਆ, ਅੰਦਰੋਂ ਰੱਜ ਗਏ ਖਾਂ, ਸੱਚ ਭੋਜਨ ਖਾਇਆ। ਤੇ ਯਾਦ ਰੱਖੋ ਆਪ ਰੋਜ਼ ਇੱਕ ਪੌੜੀ ਪੜ੍ਹਦੇ ਹੋ, ਉਹ ਆਖ ਹੈ ਤ੍ਰਿਪਤੀ। ਸਾਚਾ ਨਾਮ ਮੇਰਾ ਆਧਾਰੋ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ। ਸੱਚਾ ਨਾਮ ਮੇਰੀ ਜ਼ਿੰਦਗੀ ਦਾ ਆਧਾਰ ਬਣ ਗਿਆ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ। ਚੇਤੇ ਰੱਖਿਓ ਤੇ ਸ਼ਬਦ ਭੁੱਖਾ ਨਾਲ ਸਭ ਆਇਆ ਹੈ, ਭੁੱਖ ਸ਼ਬਦ ਨਹੀਂ ਆਇਆ, ਬਹੁਵਚਨ ਆਇਆ ਭੁੱਖਾ। ਭੁੱਖਾਂ ਸਭ ਗਵਾਈਆਂ, ਇਹਦਾ ਮਤਲਬ ਭੁੱਖ ਕੱਲੀ ਢਿੱਡ ਦੀ ਨਹੀਂ। ਜਿੱਥੋਂ ਮੈਂ ਸ਼ੁਰੂਆਤ ਕੀਤੀ, ਅੱਖਾਂ ਦੀ ਭੁੱਖ, ਕੰਨ ਦੀ ਭੁੱਖ, ਇੰਦਰੀਆਂ ਦੀ ਭੁੱਖ, ਆ 10 ਬੱਕਰੀਆਂ ਜਿਹੜੀਆਂ ਚਰਦੀਆਂ ਨੇ ਸਾਰਾ ਦਿਨ, ਕਰਮ ਇੰਦਰੇ, ਗਿਆਨ ਇੰਦਰੇ, ਇਹ ਸਾਰੀਆਂ ਭੁੱਖਾਂ ਇੱਕ ਨਾਮ ਨੇ ਮਿਟਾ ਕੇ ਰੱਖ ਦਿੱਤੀਆਂ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਫਿਰ ਕੀ ਹੋਇਆ? ਕਰ ਸ਼ਾਂਤ। ਆ ਹੈ ਤ੍ਰਿਪਤ ਭਈ, ਸੱਚ ਭੋਜਨ ਖਾਇਆ, ਅੰਦਰ ਸ਼ਾਂਤ ਹੋ ਗਿਆ, ਤ੍ਰਿਪਤ ਹੋ ਗਿਆ। ਮਹਾਰਾਜ ਕਹਿੰਦੇ ਕਰ ਸ਼ਾਂਤ, ਸੁਖ ਮਨ ਆਏ ਵਸਿਆ। ਸੁਖ ਮਨ ਆਏ ਵਸਿਆ, ਅੰਦਰ ਸੁਖ ਆ ਕੇ ਵਸ ਗਿਆ। ਮਹਾਰਾਜ ਕਹਿੰਦੇ ਨੇ ਜਿੰਨੀਆਂ ਇੱਛਾ ਸੰਸਾਰੀਆਂ ਪੂਰੀਆਂ ਹੋ ਗਈਆਂ। ਹੁਣ ਅੱਗੇ ਅਸੀਂ ਦੇਖਾਂਗੇ ਉਹ ਇੱਛਾ ਕਿਹੜੀਆਂ ਕਿਹੜੀਆਂ ਬੰਦੇ ਨੂੰ ਹੁੰਦੀਆਂ ਨੇ। ਮਹਾਰਾਜ ਕਹਿੰਦੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਿਵੇਂ ਪੁਜਾਈਆਂ ਜੀ? ਆਪਣੇ ਆਪ ਨਹੀਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਣਾ, ਜਿਨੇ ਇਹ ਰਹਿਮਤਾਂ ਮੈਨੂੰ ਦੇ ਦਿੱਤੀਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਗੁਰਮੁਖੋ ਸੱਚਾ ਨਾਮ ਆਧਾਰ ਬਣ ਜਾਏ, ਫਿਰ ਦੇਖੋ ਤ੍ਰਿਪਤੀ। ਦੇਖੋ ਕਈ ਵਾਰੀ ਕੀ ਹੁੰਦਾ ਹੈ, ਇਹਨੂੰ ਹੋਰ ਫਿਰ ਇੱਕ ਉਦਾਹਰਨ ਗੁਰੂ ਕਾਲ ਵਿੱਚੋਂ ਲੈ ਲਈਏ। ਮੰਨ ਲਓ ਜੋ ਮਿਲਿਆ ਤੇ ਚਲਾ ਜਾਏ, ਤੇ ਫਿਰ ਵੀ ਕੋਈ ਕਹੇ ਵੀ ਰੱਜੇ ਪਾਇਆ ਕੋਈ ਕਮੀ ਨਹੀਂ। ਕੁਝ ਕਹਿੰਦਾ ਦੇਖਿਆ ਬੰਦਾ ਤੁਸੀਂ? ਬਾਹਰ ਮੁਖੀ ਜੋ ਮਿਲਿਆ
ਮੰਨ ਲਓ ਕਿ ਪਦਾਰਥ ਮਿਲੇ, ਕਿਲੇ ਮਿਲੇ, ਘਰ ਮਿਲੇ, ਤੇ ਬੰਦਾ ਕਹੇਗਾ ਜੀ ਕੋਈ ਪਰਵਾਹ ਨਹੀਂ, ਬਹੁਤ ਕੁਝ, ਸ਼ਹਿਨशाह ਵਾਸੀ, ਸਾਨੂੰ ਕਿਸੇ ਦੀ ਕੀ ਪਰਵਾਹ। ਪਰ ਜੇ ਮਿਲਿਆ ਜੋ ਕੁਝ ਹੈ ਉਹ ਵੀ ਚਲਾ ਜਾਏ, ਕੱਲੇ ਕਿਲੇ ਨਾ ਜਾਣ, ਹਾਥੀ ਘੋੜੇ ਨਾ ਜਾਣ, ਇੱਥੋਂ ਤੱਕ ਕਿ ਬੱਚੇ ਵੀ ਚਲੇ ਜਾਣ, ਤੇ ਤ੍ਰਿਪਤ ਹੋਇਆ। ਜ਼ਮੀਨ ਤੇ ਬੈਠਾ ਕਹੇ, ਓ ਬਾਦਸ਼ਾਹ ਅੱਜ ਮੇਰੇ ਕੋਲ ਸੰਸਾਰ ਦਾ ਕੁਝ ਵੀ ਨਹੀਂ ਬਾਹਰ ਮੁਖੀ, ਪਰ ਜਿਹੜੇ ਰੱਬ ਨੇ ਮੈਨੂੰ ਅੰਦਰ ਦੀ ਤ੍ਰਿਪਤੀ ਦਿੱਤੀ ਉਹ ਤੂੰ ਮੇਰੇ ਤੋਂ ਕਦੀ ਵੀ ਖੋ ਨਹੀਂ ਸਕਦਾ। ਉਹ ਤ੍ਰਿਪਤੀ ਕੀ ਹੈ? ਧੰਨ ਗੁਰੂ ਗੋਬਿੰਦ ਸਿੰਘ ਜੀ ਵੱਲ ਮੈਂ ਇਸ਼ਾਰਾ ਕਰਨਾ ਚਾਹਨਾ, ਸੱਚੀ ਸਰਕਾਰ ਵੱਲ। ਮਹਾਰਾਜ ਜ਼ਫਰਨਾਮਾ ਲਿਖਦੇ ਆ। ਮੈਂ ਫਿਰ ਬੇਨਤੀ ਕਰਾਂਗਾ, ਅੰਦਰ ਦੀ ਤ੍ਰਿਪਤੀ ਦਾ ਸੰਬੰਧ ਦੌਲਤ ਦੀ ਬਹੁਤਾਤ ਨਾਲ ਨਹੀਂ ਕਿ ਬਹੁਤ ਇਕੱਠੇ ਹੋ ਗਏ ਤੇ ਹੁਣ ਅਸੀਂ ਰੱਜ ਗਏ ਜੀ। ਯਾਦ ਰੱਖਿਓ, ਉਹ ਰਜੇਵਾ ਜਿਹੜਾ ਜਿੱਦਣ ਚਲੀਗੀ ਭੁੱਖ ਫਿਰ ਡੰਗ ਮਾਰੇਗੀ। ਅਸਲ 'ਚ ਅੰਦਰ ਉਹ ਤ੍ਰਿਪਤੀ ਹੈ। ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਫਿਰ ਮੇਰੀ ਬੇਨਤੀ, ਆਪਣੀ ਹਯਾਤੀ 'ਚ ਕਿਲੇ ਬਣਾਏ, 5 ਕਿਲੇ ਆਨੰਦਪੁਰ ਸਾਹਿਬ ਬਣਾਏ, ਕੀਮਤੀ ਤੋਂ ਕੀਮਤੀ ਘੋੜੇ ਰੱਖੇ, ਸ਼ਮਿਆਨੇ ਕੀਮਤੀ ਤੋਂ ਕੀਮਤੀ ਗੁਰੂ ਜੀ ਕੋਲ। ਭੀਮ ਚੰਦ ਵਰਗੇ ਸਾਰੀ ਜ਼ਿੰਦਗੀ ਇਸ ਈਰਖਾ ਦੀ ਅੱਗ 'ਚ ਭੁੱਜਦੇ ਰਹੇ ਕਿ ਇਹ ਸ਼ਮਿਆਨਾ, ਇਹ 5 ਕਲਾ ਸ਼ਸਤਰ, ਇਹ ਚੰਦਨ ਦੀ ਚੌਂਕੀ, ਇਹ ਘੋੜੇ, ਇਹ ਪ੍ਰਸਾਦੀ ਹਾਥੀ ਰਾਜਿਆਂ ਦੇ ਘਰ ਚਾਹੀਦੇ ਨੇ। ਪਰ ਮਹਾਰਾਜ ਨੇ ਸਭ ਕੁਝ ਮਾਣਿਆ। ਹਾਥੀ ਵੀ ਸੀ, ਪ੍ਰਸਾਦੀ ਹਾਥੀ ਚੌਰ ਕਰਦਾ ਮਹਾਰਾਜ ਜੀ ਨੂੰ। 5 ਕਲਾ ਸ਼ਸਤਰ ਵਿੱਚ ਇੱਕ ਇੱਕ ਕਲਾ ਦੱਬਿਆ 5 ਤਰ੍ਹਾਂ ਦੇ ਸ਼ਸਤਰ ਨਿਕਲਦੇ ਆ। ਸ਼ਮਿਆਨਾ ਕੀਮਤੀ, ਚੰਦਨ ਦੀ ਚੌਂਕੀ, ਇਹਨਾਂ ਕੁਛ, ਨੀਲੇ ਦਾ ਸ਼ਾਹ ਸਵਾਰ, ਹੀਰਿਆਂ ਦੀਆਂ ਕਲਗੀਆਂ ਵਾਲਾ। ਪਿਆਰਿਓ, ਜਿੱਦਣ 4 ਪੁੱਤਰ ਚਲੇ ਗਏ, ਸਨਮਾਨਯੋਗ ਮਾਤਾ ਜੀ ਸ਼ਹੀਦ ਹੋ ਗਏ, 5 ਪਿਆਰਿਆਂ ਵਿੱਚੋਂ 3 ਪਿਆਰੇ ਸ਼ਹੀਦ ਹੋ ਗਏ, ਤੇ ਜ਼ਫਰਨਾਮਾ ਲਿਖਦਿਆਂ ਮਹਾਰਾਜ ਫਿਰ ਅੰਦਰ ਦੀ ਤ੍ਰਿਪਤੀ ਦਾ ਜ਼ਿਕਰ ਕਰਦੇ ਆ। ਹਜ਼ੂਰ ਕਹਿੰਦੇ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼। ਮੈਂ ਸਿਰਫ ਇਹ ਬੇਨਤੀ ਕਰ ਰਿਹਾ ਗੁਰਮੁਖੋ, ਅੰਦਰ ਦੀ ਤ੍ਰਿਪਤੀ ਸ਼ਹਿਨਸ਼ਾਹੀ ਹੁੰਦੀ ਏ। ਮੈਂ ਤਾਂ ਹੀ ਕਿਹਾ ਜਿਹੜੇ ਬਾਹਰ ਦੇ ਸ਼ਹਿਨਸ਼ਾਹ ਨੇ, ਇਹਨਾਂ ਤੋਂ ਵੱਡਾ ਮੰਗਤਾ ਕੋਈ ਨਹੀਂ, ਤੇ ਸੱਚੀ ਇਹ ਵਿੱਚ ਜਿਹਦੇ ਕੋਲ ਅੰਦਰ ਦੀ ਸ਼ਹਿਨਸ਼ਾਹੀ ਉਦੋਂ ਵੱਡਾ ਸਮਰਾਟ ਕੋਈ ਨਹੀਂ। ਮਹਾਰਾਜ ਕਹਿ ਰਹੇ ਨੇ, ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼। ਸਾਜ਼ੋ ਦਾ ਅਰਥ ਹੈ, ਸਾਜ਼ ਦਾ ਅਰਥ ਹੈ ਸਾਜੋ ਸਮਾਨ। ਬਾਜ਼ੋ ਦਾ ਅਰਥ ਆਪਾਂ ਕਰਨੇ ਉਹ ਪੰਛੀ ਬਾਜ। ਅੱਜ ਮੇਰੇ ਕੋਲ ਨਾ ਸਾਜ਼ ਕਹੇ ਕੋਈ ਸਮਾਨ ਨਹੀਂ, ਨਾ ਮੇਰੇ ਕੋਲ ਕੀਮਤੀ ਕੋਈ ਬਾਜ ਕਹੇ ਸਾਜ਼, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ, ਫੌਜਾਂ ਵੀ ਕੋਈ ਨਹੀਂ। ਫਰਸ਼ ਦਾ ਅਰਥ ਉਹ ਸਿੰਘਾਸਨ ਵੀ ਕੋਈ ਨਹੀਂ ਜਿੱਥੇ ਰੋਜ਼ ਬਹਿੰਦਾ ਸਾਂ। ਉਹ ਤੂੰ ਕੀ ਖੋ ਸਕਣਾ? ਮੇਰੇ ਅੰਦਰ ਦੀ ਤ੍ਰਿਪਤੀ ਨੂੰ ਖੋ ਸਕਣਾ? ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦਾ, ਖੁਦਾ ਨੇ ਮੈਨੂੰ ਬਖਸ਼ਿਆ ਐਸ਼ੋ ਅਰਸ਼। ਮੈਨੂੰ ਅਰਸ਼ਾਂ ਦਾ ਜਿਹੜਾ ਉਹਨੇ ਐਸ਼ ਬਖਸ਼ੀ ਹੈ, ਜਿਹੜਾ ਰੂਹਾਨੀ ਤੇ ਦਾਤ ਦਿੱਤੀ ਹੈ, ਦੁਨੀਆ ਦੀ ਕੋਈ ਚੀਜ਼ ਵੀ ਚਲੀ ਜਾਏ, ਮੇਰੇ ਅੰਦਰ ਦੇ ਉਸ ਰੂਹਾਨੀ ਸੁੱਖ ਨੂੰ ਕੋਈ ਵੀ ਨਹੀਂ ਖੋ ਸਕਦਾ। ਮੇਰੀ ਸਿਰਫ ਇੱਕ ਬੇਨਤੀ ਪਿਆਰਿਓ, ਕਿਉਂਕਿ ਅਸੀਂ ਇੱਕ ਇੱਕ ਸ਼ਬਦ ਤੇ ਤਕਰੀਬਨ ਰੁਕੀ ਜਾ ਰਹੇ ਹਾਂ ਰੋਜ਼, ਕਿ ਤ੍ਰਿਪਤ ਭਈ ਅੰਦਰ ਰੱਜ ਗਿਆ। ਮੈਂ ਫਿਰ ਬੇਨਤੀ ਕਰਾਂਗਾ, ਨਾ ਮਿਲਣ ਦਾ ਅਰਥ ਅੰਦਰ ਦਾ ਰਜਣਾ ਨਹੀਂ। ਅੰਦਰ ਦਾ ਰਜਣਾ ਹੈ ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਾਸੋ ਰਸ ਪਹਿਚਾਨਿਆ। ਇਹ ਰਸ ਛਾੜੇ ਉਹ ਰਸ, ਉਹ ਰਸ ਸੱਚ ਭੋਜਨ ਖਾਇਆ ਉਹ ਰਸ, ਇਹ ਰਸ ਛਾੜੇ ਉਹ ਰਸ ਆਇਆ। ਮਹਾਰਾਜ ਕਹਿੰਦੇ ਨੇ ਕਿ ਉਹ ਰਸ ਪੀਆ, ਇਹ ਰਸ ਨਹੀਂ ਪਾਇਆ। ਜਦੋਂ ਉਹ ਰਸ ਪੀਤਾ, ਇਹ ਰਸ ਆਪਣੇ ਆਪ ਫਿੱਕੇ ਹੋ ਗਏ। ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੀ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਦੱਸ ਦਿੱਤਾ ਭਾਈ ਸੱਜਣੋ, ਲੋਕੀ ਪਾਣ ਦੀ ਤਮਾ ਰੱਖਦੇ ਆ, ਖਾਣ ਦੀ ਤਮਾ ਰੱਖਦੇ ਆ, ਅਸਵਾਰੀਆਂ ਦੀ ਤਮਾ ਰੱਖਦੇ ਆ। ਕਹਿੰਦੇ ਨੇ ਰੂਹਾਨੀਅਤ ਵਾਲੇ ਦਾ ਭੋਜਨ ਕੀ ਹੈ, ਰੂਹਾਨੀਅਤ ਵਾਲੇ ਦੇ ਕੱਪੜੇ ਕੀ ਨੇ, ਰੂਹਾਨੀਅਤ ਵਾਲੇ ਦੇ ਹਾਥੀ ਘੋੜੇ ਕੀ ਨੇ। ਅੱਜ ਸਤਿਗੁਰੂ ਪਹਿਲੀ ਤੁਕ ਵਿੱਚ ਬਖਸ਼ਿਸ਼ ਕੀਤੀ ਕਿ ਤ੍ਰਿਪਤ ਭਈ, ਫਿਰ ਅਰਥ ਨੇ ਅੰਦਰ ਰੱਜ ਗਿਆ, ਤ੍ਰਿਪਤ ਹੋ ਗਿਆ, ਸੱਚ ਭੋਜਨ ਖਾਇਆ, ਸੱਚੇ ਨਾਮ ਦਾ ਭੋਜਨ, ਕੀਰਤਨ ਦਾ ਭੋਜਨ, ਬੰਦਗੀ ਦਾ ਭੋਜਨ ਜਦੋਂ ਛਕਿਆ ਤੇ ਅੰਦਰ ਤ੍ਰਿਪਤ ਹੋ ਗਿਆ। ਉਂਝ ਮਹਾਰਾਜ ਜੀ ਨੇ ਵੀ ਕਿਹਾ ਜੀ, ਇਹ ਜਿਹੜਾ ਆਪਾਂ ਸ਼ਬਦ ਪੜ੍ਹਨੇ ਆ, ਕੀਰਤਨ ਕਰਨੇ ਆ ਨਾ ਜੀ, ਇਹ ਭੋਜਨ ਦਾ ਥਾਲ ਵੀ ਬਾਬਾ ਜੀ ਲੈ ਕੇ ਆਏ ਆ। ਇੱਕ ਪੌੜੀ ਆਉਂਦੀ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਦੀ, ਪਰਸੋਂ ਮੈਂ ਚੌਥ ਸ਼ਾਇਦ ਜ਼ਿਕਰ ਕੀਤਾ ਸੀ, ਇੱਕ ਤੁਕ ਦਾ ਖੌਂ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦਿਉ ਕੈ ਵਾਰ ਧੁਰੋਂ ਫਰਮਾਇਆ,
ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਬਤ ਸਲਾਹ ਕੱਪੜਾ ਪਾਇਆ। ਆ ਬਾਹਰ ਦੇ ਕੱਪੜੇ ਨਹੀਂ, ਸੱਚੀ ਸਿਬਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਆ ਸੱਚਾ ਨਾਮ ਅੰਮ੍ਰਿਤ ਭੋਜਨ ਬਾਬਾ ਗੁਰੂ ਨਾਨਕ ਸਾਹਿਬ ਲੈ ਕੇ ਆਏ ਨੇ, ਜਿਹੜਾ ਆਪ ਸਾਰੇ ਛਕਦੇ ਪਏ ਹੋ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਗੁਰਮਤੀ ਖਾਦਾ ਰੱਜ ਤਿੰਨੀ ਸੁਖ ਵਾਇਆ। ਜਿਨ੍ਹਾਂ ਨੇ ਗੁਰੂ ਦੀ ਮੱਤ ਨਾਲ ਉਸ ਭੋਜਨ ਨੂੰ ਛਕਿਆ, ਅੰਦਰੋਂ ਤ੍ਰਿਪਤ ਹੋ ਗਿਆ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਸੱਚੇ ਨਾਮ ਦੇ ਭੋਜਨ ਨੇ ਅੰਦਰ ਨੂੰ ਤ੍ਰਿਪਤ ਕੀਤਾ ਹੈ। ਮਨ ਤਨ ਰਸਨਾ ਨਾਮ ਧਿਆਇਆ। ਹੁਣ ਆ ਜਿਹੜੀ ਤੋਕੇ ਇਹ ਸਾਨੂੰ ਦੱਸੀ, ਇਹ ਕਮਾਉਣ ਵਾਸਤੇ। ਜਿਨ੍ਹਾਂ ਨੇ ਇਹ ਕਮਾਈ ਉਹਨਾਂ ਨੂੰ ਤ੍ਰਿਪਤੀ ਮਿਲੀ। ਮਨ ਕਰਕੇ, ਤਨ ਕਰਕੇ, ਰਸਨਾ ਕਰਕੇ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਇਆ। ਹੁਣ ਮਨ ਚ ਆਵੇਗਾ ਵੀ ਇਹ ਰਸਨਾ ਵੀ ਤੇ ਤਨ ਦਾ ਹੀ ਹਿੱਸਾ ਹੈ ਨਾ। ਸਾਡੇ ਕੁਝ ਗੁਰਮੁਖ ਵਿਦਵਾਨਾਂ ਨੇ ਤਨ ਦਾ ਅਰਥ ਹਿਰਦਾ ਕੀਤਾ ਹੈ। ਇਸ ਨੂੰ ਸੁਣਿਓ ਬੇਨਤੀ ਨੂੰ। ਮਨ ਕਰਕੇ, ਤਨ ਕਰਕੇ, ਹਿਰਦੇ ਕਰਕੇ ਤੇ ਰਸਨਾ ਕਰਕੇ। ਅਸਲ 'ਚ ਇਹਦੇ ਅਰਥ ਇੱਥੋਂ ਸ਼ੁਰੂ ਕਰੀਏ, ਰਸਨਾ ਕਰਕੇ, ਮਨ ਕਰਕੇ ਤੇ ਹਿਰਦੇ ਕਰਕੇ। ਫਿਰ ਬੇਨਤੀ ਹੈ, ਰਸਨਾ ਨਾਲ ਧਿਆਵਾਂਗੇ ਤੇ ਸੁਖ ਮਿਲਣਾ ਹੈ। ਰਸਨਾ ਨਾਲ ਜਪਾਂਗੇ ਤਾਂ ਹੀ ਹੈ ਨਾ। ਤੇ ਇਹਦੇ ਵਿੱਚ ਇਹ ਵੀ ਬੜੇ ਸਵਾਲ ਉੱਠਦੇ ਆ। ਦੇਖੋ ਜੀ, ਇੰਨੇ ਲੋਕੀ ਜਪਦੇ, ਉਹਨੂੰ ਕੀ ਫਰਕ? ਆ ਸਤਿਗੁਰੂ ਗੁਰੂ ਰਾਮਦਾਸ ਦਾ ਘਰ ਜੇ। ਆਪਾਂ ਤਾਂ ਕਰਨਾ ਹੈ ਆਪਣੇ ਬਾਪੂ ਦੀਆਂ ਸਿਫਤਾਂ, ਜਿਹੜੀਆਂ ਸਿਫਤਾਂ ਤੁਸੀਂ ਰੋਜ਼ ਸੁਣਦੇ ਹੋ। ਇਹਦੇ ਵਰਗਾ ਘਰ ਕੋਈ ਨਹੀਂ, ਇਹਦੇ ਵਰਗਾ ਦਰ ਕੋਈ ਨਹੀਂ, ਇਹਦੇ ਵਰਗਾ ਸਕੂਨ ਕੋਈ ਨਹੀਂ। ਇੱਥੇ ਜਿੱਥੇ ਆਪ ਅੜਸਰ ਤੀਰਥ ਤੇ ਮੱਥਾ ਟੇਕਦੇ ਹੋ, ਦੁੱਖ ਭੰਜਨੀ ਬੇਰੀ ਨੇੜੇ, ਇੱਥੇ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਕੀਰਤਨ ਕੀਤਾ ਹੈ। ਇਤਿਹਾਸ ਵਿੱਚ ਪੜ੍ਹਿਓ। ਮਹਾਰਾਜ ਜਦੋਂ ਗੋਇੰਦਵਾਲ ਸਾਹਿਬ ਤੋਂ ਆਏ, ਮੈਂ ਆਉਣ ਵਾਲੇ ਦਿਨਾਂ 'ਚ ਬੇਨਤੀ ਕਰਾਂਗਾ, ਗੋਇੰਦਵਾਲ ਅਜੇ ਵਸਿਆ ਨਹੀਂ ਸੀ, ਸੁਲਤਾਨਪੁਰ ਤੋਂ ਆਏ, ਗੋਇੰਦਵਾਲ ਵਾਲੀ ਜਗ੍ਹਾ ਕੀਰਤਨ ਕੀਤਾ, ਫਤਿਆਬਾਦ ਆਏ, ਉੱਥੋਂ ਹਜ਼ੂਰ ਇੱਥੇ ਆਏ, ਇੱਥੇ ਫਿਰ ਕੀਰਤਨ ਕੀਤਾ। ਤੁਹਾਡੇ ਨੇੜੇ ਪਿੰਡ ਸੁਲਤਾਨਵਿੰਡ ਦਾ ਜ਼ਿਮੀਂਦਾਰ ਭਾਈ ਤਾਰਾ, ਉਹਦਾ ਨਾਂ ਹਿਸਟਰੀ ਨੇ ਭਾਈ ਤਾਰਾ ਲਿਖਿਆ ਹੈ। ਜੇ ਡਿਟੇਲ ਨਾਲ ਕਿਸੇ ਪੜ੍ਹਨਾ, ਮੈਂ ਬੇਨਤੀ ਕਰਾਂਗਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਕਿਤਾਬ ਹੈ, ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਦੀ ਲਿਖੀ, ਇਹ ਕਥਾਵਾਚਕ ਤਕਰੀਬਨ ਸਾਰਿਆਂ ਪੜ੍ਹੀ ਹੋਣੀ ਹੈ, ਸਾਰੇ ਉਹਨੂੰ ਕੋਟ ਕਰਦੇ ਆ। ਹਰਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ। ਦੂਸਰੀ ਕਿਤਾਬ ਹੈ ਗਿਆਨੀ ਗਿਆਨ ਸਿੰਘ ਉਹਨਾਂ ਦੀ ਅੰਮ੍ਰਿਤਸਰ ਦੀ ਤਵਾਰੀਖ। ਤੀਸਰੀ ਮੈਂ ਬੇਨਤੀ ਕਰਾਂਗਾ ਕਰਮ ਸਿੰਘ ਹਿਸਟੋਰੀਅਨ ਜੀ, ਉਹਨਾਂ ਨੇ ਵੀ ਅੰਮ੍ਰਿਤਸਰ ਦੀ ਤਵਾਰੀਖ ਬਾਰੇ ਲਿਖਿਆ। ਜਿੰਨੀ ਡਿਟੇਲ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਉਹਨਾਂ ਨੇ ਦਿੱਤੀ ਹੈ, ਸ਼ਾਇਦ ਇੰਨੀ ਕਿਸੇ ਨੇ ਨਹੀਂ ਦਿੱਤੀ। ਉਹਨਾਂ ਨੇ ਜ਼ਿਆਦਾ ਕੇਂਦਰਿਤ ਹਰਮੰਦਰ ਸਾਹਿਬ ਤੇ ਰੱਖਿਆ ਹੈ ਆਪਣੀ ਉਸ ਕਿਤਾਬ ਨੂੰ। ਇਹ ਜ਼ਿਮੀਂਦਾਰ ਸੀ ਜੀ ਇਹ ਪਿੰਡ ਦਾ, ਉਹਦੇ ਬੇਟੇ ਦਾ ਧਮਾਨ ਸੀ, ਉਹ ਆਇਆ ਇੱਥੇ, ਮਹਾਰਾਜ ਜੀ ਨੂੰ ਪ੍ਰਸ਼ਾਦ ਪਾਣੀ ਛਕਾਇਆ। ਕੁਝ ਕਹਿੰਦੇ ਆ ਜੀ ਉੱਥੇ ਜੀ ਪ੍ਰਸ਼ਾਦ ਲੈ ਕੇ ਆਇਆ, ਇੱਥੇ ਹਜ਼ੂਰ ਨੇ ਕੀਰਤਨ ਸੁਣਿਆ ਕੀਤਾ, ਐਂ ਟਿਕਾ ਬਣ ਗਿਆ। ਉਹਨੇ ਬੇਨਤੀ ਕੀਤੀ, ਮਹਾਰਾਜ ਜੀ, ਸੰਤ ਜੀ ਗੁਰਮੁਖੋ ਧਿਆਨ ਦਿਆ ਜੇ, ਕੁਝ ਦਿਨਾਂ ਵਾਸਤੇ ਇੱਥੇ ਰੁਕੋ। ਤੇ ਸਤਿਗੁਰੂ ਇੱਥੇ ਬਚਨ ਕਰਕੇ ਗਏ, ਕਹਿੰਦੇ ਕੁਝ ਦਿਨਾਂ ਲਈ ਨਹੀਂ, ਸਦਾ ਲਈ ਹੀ ਇੱਥੇ ਸ਼ਬਦ ਦਾ ਵਸੇਬਾ ਹੋਵੇਗਾ। ਕੁਝ ਦਿਨ ਲਈ ਸਦਾ ਲਈ ਟਿਕਾਂਗੇ। ਇਸ ਜਗ੍ਹਾ ਤੇ ਸਮਾਂ ਆਏਗਾ, ਭੋਗ ਤੇ ਮੋਖ ਦਾ ਪ੍ਰਵਾਹ ਚੱਲੇਗਾ। ਭੋਗ ਦਾ ਅਰਥ ਕਿ ਜਦੋਂ ਕਿਸੇ ਨੂੰ ਭੁੱਖ ਲੱਗੀ ਹੋਵੇਗੀ, ਗੁਰਮੁਖੋ 24 ਘੰਟੇ 8 ਪਹਿਰ ਆ ਧੰਨ ਗੁਰੂ ਰਾਮਦਾਸ ਦਾ ਲੰਗਰ ਖੁੱਲਿਆ ਹੋਇਆ ਹੈ। 8 ਪਹਿਰ ਤੁਹਾਡੇ ਲਈ ਆ ਪ੍ਰਕਰਮਾਂ ਦੇ ਬੂਹੇ ਖੁੱਲੇ ਨੇ, ਜਦੋਂ ਮਰਜੀ ਆਓ। ਇਸ ਘਰ ਦੇ ਵਿੱਚ ਸੱਚੀ ਮੁੱਚੀ ਭੋਗ ਤੇ ਮੋਖ ਦਾ ਪ੍ਰਵਾਹ ਹੈ, ਅੰਦਰ ਦੀ ਬੰਦ ਖਲਾਸੀ ਹੁੰਦੀ ਹੈ। ਮੈਂ ਫਿਰ ਬੇਨਤੀ ਕਰਾਂ ਥੋੜੀ ਜੀ ਉਸੇ ਵਿਸ਼ੇ ਤੇ ਆ ਕੇ, ਰਸਨਾ ਕਰਕੇ ਸ਼ੁਰੂਆਤ। ਰਸਨਾ ਤੋਂ ਮੈਂ ਤਾਂ ਗੱਲ ਕਹੀ, ਕਈਆਂ ਦੇ ਮਨ ਚ ਆਉਂਦਾ ਹੈ, ਦੇਖੋ ਜੀ ਫਲਾਣਾ ਦਰਬਾਰ ਸਾਹਿਬ ਇਹੋ ਜਿਹਾ, ਫਲਾਣੇ ਬੰਦੇ ਇਹੋ ਜਿਹਾ, ਫਲਾਣੇ ਇਹੋ ਜਿਹਾ, ਉਹਨਾਂ ਤੇ ਕਿਉਂ ਨਹੀਂ ਫਰਕ ਪੈਂਦਾ? ਤੇ ਪਰਸੋਂ ਚੌਥ ਜਦੋਂ ਰਾਮਕਲੀ ਕੀ ਵਾਰ ਦੇ ਵਿੱਚੋਂ ਭਾਈ ਸਾਹਿਬ ਤੇ ਕੀਰਤਨ ਕਰਨ ਪਏ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਉਹਦੇ ਵਿੱਚ ਉੱਤਰ ਮਿਲ ਗਿਆ ਜੀ ਇਸ ਗੱਲ ਦਾ, ਸਾਰਿਆਂ ਤੇ ਕਿਉਂ ਨਹੀਂ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ, ਧਾਰਿਆ ਸਿੱਖੀ ਅਤੇ ਸੰਗਤੀ, ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ, ਤੇਰਾ ਅੰਤ ਨਾ ਪਾਰਾਵਾਰਿਆ। ਆਉਂਦੇ ਸਾਰੇ ਆ, ਪਰ ਅਗਲੀ ਤੋਂ ਕੰਡੀਸ਼ਨ ਹੈ
ਸ਼ਰਤ ਹੈ ਜਿਨੀ ਤੂੰ ਸੇਵਿਆ ਭਾਉ ਕਰ। ਬਸ ਆ ਜੇ ਜਿਨ੍ਹਾਂ ਨੇ ਭਾਵਨਾ ਨਾਲ ਚੇਤੇ ਕੀਤਾ, ਭਾਉ ਕਰ ਚੇਤੇ ਕੀਤਾ, ਪਾਰ ਉਹਨਾਂ ਨੇ ਹੋਣਾ। ਆਉਣ ਨੂੰ ਤਾਂ ਸਾਰੀ ਦੁਨੀਆ ਆਉਂਦੀ। ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਮੈਂ ਅਰਜ਼ ਕਰਾਂ ਕਿ ਸਭ ਤੋਂ ਪਹਿਲੀ ਗੱਲ ਗੁਰੂ ਜੀ ਕਹਿੰਦੇ ਨੇ ਰਸਨਾ ਤੋਂ ਨਾਮ ਸ਼ੁਰੂ ਕੀਤਾ। ਰਸਨਾ ਜਪੀਐ ਏਕ ਨਾਮ, ਈਆਂ ਸੁਖ ਆਨੰਦ ਘਣਾ ਆਗੈ ਜੀ ਕੈ ਸੰਗ ਕਾਮ। ਰਸਨਾ ਨਾਲ ਜਪਿਆ। ਦੂਸਰੀ ਗੱਲ, ਰਸਨਾ ਨਾਲ ਜਪਦਿਆਂ ਇੱਕ ਦਿਨ ਵਾਹਿਗੁਰੂ ਜੀ ਨੇ ਇਹ ਪ੍ਰਸਾਦ ਦੇ ਦਿੱਤਾ ਕਿ ਰਸਨਾ ਬੰਦ ਹੋ ਗਈ ਤੇ ਮਨ ਜਪਣ ਲੱਗ ਪਿਆ। ਫਿਰ ਬੇਨਤੀ ਕਿ ਜਪ ਮਨ ਸਤਨਾਮ, ਸਦਾ ਸਤਨਾਮ। ਮਾਨਸਿਕ ਤੌਰ ਤੇ ਵੀ ਫੁਰਨੇ ਰੂਪ ਵਿੱਚ ਨਾਮ ਚੱਲਿਆ। ਤੀਸਰੀ ਕਿਰਪਾ ਇੱਕ ਦਿਨ ਹੋਰ ਹੋ ਗਈ। ਮਹਾਰਾਜ ਕਹਿੰਦੇ ਆ ਹੁਣ ਹਿਰਦੇ ਵਿੱਚ ਚੱਲ ਪਿਆ। ਬਿਨ ਜੇਵਾ ਜੋ ਜਪੈ ਹਿਆਏ। ਆ ਮਹਾਰਾਜ ਕਹਿੰਦੇ ਨੇ ਵੀ ਤ੍ਰਿਪਤ ਤਾਂ ਹੋਵੇਗਾ ਸੱਚਾ ਭੋਜਨ ਜਿਹਨੇ ਛਕਿਆ। ਤੇ ਛਕਿਆ ਕਿਵੇਂ? ਮਨ ਕਰਕੇ, ਤਨ ਕਰਕੇ, ਹਿਰਦੇ ਕਰਕੇ, ਰਸਨਾ ਕਰਕੇ ਵਾਹਿਗੁਰੂ ਜੀ ਦਾ ਨਾਮ ਜਪਿਆ ਹੈ। ਜੀਵਨਾ ਹਰ ਜੀਵਨਾ। ਹਜ਼ੂਰ ਕਹਿੰਦੇ ਨੇ ਜ਼ਿੰਦਗੀ ਕਿਸ ਨੂੰ ਕਹਿੰਦੇ ਆ? ਅੱਜ ਬਹੁਤ ਕੁਝ ਸਮਾਜ ਚੱਲਦਾ ਵੀ ਜ਼ਿੰਦਗੀ ਜੀਣ ਦੇ ਬੜੀਆਂ ਲੋਕੀ ਕਲਾਸਾਂ ਲੈਂਦੇ ਆ ਕਿ ਲਾਈਫ ਸਟਾਈਲ ਸਿੱਖਣ ਵਾਸਤੇ, ਰਹਿਣ ਦਾ ਤਰੀਕਾ ਸਿੱਖਣ ਲਈ। ਬਾਬਾ ਜੀ ਇੱਕ ਤੁਕ ਵਿੱਚ ਮੁਕਾਉਂਦੇ ਹੋ, ਲੋਕੋ ਅਸਲ ਵਿੱਚ ਜੀਣਾ ਕੀ ਹੈ? ਅਸੀਂ ਵੈਸੇ ਜੀਵਨ ਕਹਿੰਦੇ ਆ, ਸਵਾਸ ਚੱਲਦੇ ਨੇ, ਗੱਲਬਾਤ ਬੰਦਾ ਕਰਦਾ ਹੈ, ਜਾਂ ਬਾਹਰ ਦੇ ਪਦਾਰਥਾਂ ਨੂੰ ਵੇਖ ਕੇ ਕਹਿੰਦੇ ਆ ਜੀਵਨ। ਸਤਿਗੁਰੂ ਕਹਿੰਦੇ ਆ ਜੀਵਨਾਂ ਵਿੱਚੋਂ ਅਸਲੀ ਜੀਵਨ ਕਹੇ ਖਰੀ ਦੇ ਨਾਮ ਵਿੱਚ ਜੁੜ ਕੇ ਜੀਣਾ। ਬਾਣੀ ਨੇ ਸ਼ਬਦ ਕਿਹਾ ਮਰਨੰ ਬਿਸਰਨੰ ਗੋਬਿੰਦਾ ਹੈ, ਜੀਵਨ ਹਰ ਨਾਮ ਧਿਆਵਣੈ। ਆਖਾਂ ਜੀਵਾਂ ਵਿਸਰੈ ਮਰ ਜਾਉ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਉਂਝ ਸਾਹ ਸਾਰੇ ਪੂਰੇ ਕਰਕੇ ਜਾਾਂਗੇ, ਖਾਂ ਪੀਆਂਗੇ ਸਾਰੇ ਹੀ, ਪਰ ਅਸਲੀ ਜੀਵਨ ਉਹ ਜੀਵਨ ਹੈ ਜਿਹੜਾ ਬੰਦਗੀ ਦੇ ਵਿੱਚ ਬਤੀਤ ਹੋਵੇਗਾ। ਮਹਾਰਾਜ ਕਹਿੰਦੇ ਜੀਵਨ ਵਿੱਚੋਂ ਪਵਿੱਤਰ ਜੀਵਨ ਹਰੀ ਦੀ ਆਰਾਧਨਾ ਹੈ। ਜੀਵਨ ਹਰ ਜਪ ਸਾਧ ਸੰਗ। ਸਤਿਗੁਰੂ ਫਿਰ ਕਹਿੰਦੇ ਆ ਅਸਲੀ ਜੀਵਨ ਹੈ ਜਦੋਂ ਸਾਧ ਸੰਗਤ ਵਿੱਚ ਬੈਠ ਕੇ ਕੋਈ ਹਰੀ ਨੂੰ ਜਪਦਾ ਹੈ, ਸੰਗਤ ਵਿੱਚ ਬੈਠ ਕੇ ਨਾਮ ਜਪਦਾ ਹੈ, ਤੇ ਸਹੀ ਅਰਥਾਂ ਵਿੱਚ ਉਹਦਾ ਜੀਵਨ ਉਹ ਹੈ। ਮੈਂ ਇੱਥੇ ਥੋੜੀ ਜੀ ਫਿਰ ਬੇਨਤੀ ਕਰਦਾ ਜਾਵਾਂ। ਸਾਡੀ ਨਜ਼ਰ 'ਚ ਹੁੰਦਾ ਹੈ ਜਿਹਦੇ ਕੋਲ ਕੱਪੜੇ, ਜਿਵੇਂ ਬਾਹਰ ਨੇ ਸਾਰਾ ਜ਼ਿਕਰ ਕੀਤਾ, ਜਿਹਦੇ ਕੋਲ ਪਦਵੀ ਕਹਿੰਦੇ ਆ ਬੱਲੇ ਬੱਲੇ ਜ਼ਿੰਦਗੀ ਤੇ ਇਹਦੀ ਜੇ, ਜੀਵਨ ਤੇ ਇਹਦਾ ਜੇ। ਤੇ ਜੇ ਬਾਹਰ ਮੁਖੀ ਦੇਖੋ ਤੇ ਵਾਕਈ ਕਹਾਂਗੇ ਵੀ ਇੰਨਾ ਕੁਝ ਇਹਦੇ ਕੋਲ ਕਹੇ, ਪਦਾਰਥ ਨੇ, ਪੈਸਾ ਕਹੇ, ਦੌਲਤ ਕਹੇ, ਪਦਵੀਆਂ ਨੇ, ਬੱਲੇ ਬੱਲੇ ਜੀਵਨ ਇਹਦਾ। ਤੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ, ਕਹਿਣ ਲੱਗੇ ਜੀਵਨ ਕਾਹਦਾ ਹੈ? ਤਾਂ ਗੰਦਗੀ ਦਾ ਕੀੜਾ ਜੰਮਿਆ ਦੁਨੀਆ ਤੇ। ਇੱਕ ਸ਼ਬਦ ਹੁੰਦਾ ਹੈ ਮਹਾਰਾਜ ਪੌੜੀ ਗੁਰੂ ਅਰਜੁਨ ਦੇਵ ਦੀ, ਜਿਹਨੂੰ ਅਸੀਂ ਜੀਵਨ ਕਹਿੰਦੇ ਆ ਉਹਨੂੰ ਗੁਰੂ ਕਹਿੰਦਾ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲੈ ਮੋਤੀ ਹੀਰੇ। ਮਨ ਇੱਛੇ ਸੁਖ ਮਾਣ ਦਾ, ਪਦਾਰਥਕ ਸੁਖ, ਇੰਦਰੀਆਂ ਦੇ ਸੁਖ, ਆਤਮਿਕ ਸੁਖ ਨਹੀਂ। ਮਨ ਇੱਛੇ ਸੁਖ ਮਾਣ ਦਾ ਕਿਛ ਨਾਹਿ ਵਿਸੂਰੇ, ਸੋ ਪ੍ਰਭ ਚੇਤਨ ਆਵੀ ਬਿਸ਼ਟਾ ਕੇ ਕੀਰੇ। ਉਹ ਜੀਵਨ ਹੈ ਕੋਈ ਜੀ। ਦੂਜੇ ਪਾਸੇ ਮਹਾਰਾਜ ਕਹਿੰਦੇ ਆ ਕਿ ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਉਹ ਜੀਵਨ ਨਹੀਂ। ਜੀਵਨ ਉਹ ਵੇ ਜਿਹੜਾ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਜਪਦਾ ਹੈ, ਜਿਹੜਾ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਕੀਰਤਨ ਕਰਦਾ ਹੈ। ਰਹਾਉ ਅਨਕ ਪ੍ਰਕਾਰੀ ਬਸਤਰ ਉਠਾਏ। ਹੁਣ ਇੱਥੇ ਬੇਨਤੀ ਹੈ, ਮੈਂ ਅਰਜ਼ ਆਰੰਭ ਚ ਕੀਤੀ ਸੀ, ਅਸੀਂ ਜੀਵਨ ਕਹਿੰਦੇ ਆ ਬੰਦੇ ਕੋਲ ਖਾਣ ਦਾ ਬਹੁਤ ਕੁਝ ਹੈ, ਇਹਦੇ ਕੋਲ ਕੱਪੜੇ ਬੜੇ ਪਾਣ ਨੂੰ ਬਹੁਤ ਕੁਝ ਹੈ, ਤੇ ਤੀਜਾ ਅਸੀਂ ਜੀਵਨ ਨੂੰ ਕਹਿੰਦੇ ਇਹਦੇ ਕੋਲ ਸਵਾਰੀਆਂ ਬੜੀਆਂ ਚੰਗੀਆਂ। ਮਹਾਰਾਜ ਕਹਿੰਦੇ ਨੇ ਅਨਕ ਪ੍ਰਕਾਰੀ ਬਸਤਰ ਓਢਾਏ। ਅਨੇਕਾਂ ਪ੍ਰਕਾਰ ਦੇ ਜਿਹੜੇ ਕੱਪੜੇ ਨੇ, ਓੜਨੇ, ਓੜਨੇ ਦਾ ਅਰਥ ਆਪਾਂ ਪਹਿਨਣੇ, ਆਪਣੇ ਤਨ ਤੇ ਧਾਰਨ ਕਰਨੇ। ਮਹਾਰਾਜ ਕਹਿੰਦੇ ਅਸੀਂ ਤਾਂ ਰੋਜ਼ ਹੀ ਚੋਲੇ ਬਦਲਦੇ ਆ, ਅਨੇਕਾਂ ਤਰ੍ਹਾਂ ਦੇ ਕੱਪੜੇ ਪਾਉਂਦੇ ਆ, ਅਨੇਕ ਪ੍ਰਕਾਰ ਦੇ ਬਸਤਰ ਅਸੀਂ ਤਨ ਤੇ ਪਾ ਰਹੇ ਆ। ਮਹਾਰਾਜ ਉਹ ਕਿਹੜੇ ਬਸਤਰ ਹਨ? ਅਨ ਦਿਨ ਕੀਰਤਨ ਹਰ ਗੁਣ ਗਾਏ। ਅਨ ਦਿਨ, ਹਰ ਰੋਜ਼, ਹਰ ਵੇਲੇ, ਦਿਨ ਰਾਤ ਕਹਿੰਦੇ ਨੇ ਹਰੀ ਦਾ ਕੀਰਤਨ ਕਰਨੇ ਆ, ਹਰੀ ਦੇ ਗੁਣ ਗਾਣੇ ਆ।
ਲੋਕ ਸਾਰਾ ਦਿਨ ਕੱਪੜਿਆਂ ਤੇ ਜ਼ੋਰ ਦੇਈ ਜਾਂਦੇ ਆ, ਅਸੀਂ ਮਹਾਰਾਜ ਕਹਿੰਦੇ ਸਾਰਾ ਦਿਨ ਕੀਰਤਨ ਕਰੋ, ਗੁਣ ਗਾਓ, ਏਦੂ ਵੱਡੇ ਕੱਪੜੇ ਕਿਹੜੇ ਆ। ਫਿਰ ਬੇਨਤੀ ਹੈ, ਅਰਥ ਇਹਦੇ ਜਿਹੜਾ ਅੰਨ ਦਿਨ ਕੀਰਤਨ ਕਰਦਾ ਹੈ, ਗੁਣ ਗਾਉਂਦਾ ਹੈ, ਉਹਦੇ ਕੋਲ ਜਿਹੜਾ ਕੱਪੜਾ ਅਨੇਕ ਪ੍ਰਕਾਰੀ ਵਸਤਰ ਉਡਾਏ, ਪਰ ਫਰਕ ਜੇ ਆਹ ਕੱਪੜਾ ਕੀਮਤੀ ਤੋਂ ਕੀਮਤੀ ਵੀ ਪਾਇਆ ਹੋਵੇ, ਇਹਨੇ ਸਦਾ ਲਈ ਪੱਤ ਨਹੀਂ ਜੇ ਢੱਕ ਸਕਣੀ। ਠੀਕ ਹੈ ਨਾ। ਤੇ ਉਂਝ ਮਹਾਰਾਜ ਨੇ ਕਿਹਾ, ਵਾਉ ਸੰਦੇ ਕੱਪੜੇ ਪਹਿਰੇ ਗਰਭ ਗਵਾਰ। ਮੂਰਖ ਬੰਦੇ ਨੇ ਜਿਹੜੇ ਤਨ ਤੇ ਪਾ ਆਪਣੇ ਤਨ ਦਾ ਪ੍ਰਦਰਸ਼ਨ ਕਰਦੇ ਆ ਕੱਪੜਿਆਂ ਰਾਹੀਂ। ਇਹ ਬਾਣੀ ਦੇ ਬਚਨ ਨੇ। ਤੇ ਜੇ ਪ੍ਰਮਾਤਮਾ ਤੇਰੀ ਕਿਰਪਾ ਹੋਵੇ ਤੇ ਜਦੋਂ ਗੁਰੂ ਕੱਪੜਾ ਦਿੰਦਾ, ਫਿਰ ਆ ਬਾਹਰ ਮੁਖਾਂ ਨਹੀਂ, ਗੁਰੂ ਫਿਰ ਸਿਫਤ ਦਾ ਕੱਪੜਾ ਦਿੰਦਾ ਹੈ। ਜਦੋਂ ਉਹ ਪਰਦਾ ਪਾ ਜਾਂਦਾ ਤੇ ਮਰਨ ਤੋਂ ਬਾਅਦ ਵੀ ਉਹਦਾ ਪਰਦਾ ਸਾਡੇ ਅੰਦਰ ਨੂੰ ਢੱਕੀ ਰੱਖਦਾ ਹੈ। ਉਹ ਪ੍ਰੇਮ ਪਟੋਲਾ ਹੈ। ਪ੍ਰੇਮ ਪਟੋਲਾ ਤੈਸੈ ਦਿੱਤਾ ਢੱਕਣ ਕੂ ਪਤ ਮੇਰੀ। ਅਨੇਕਾਂ ਤਰ੍ਹਾਂ ਦੇ ਮਹਾਰਾਜ ਦੇ ਕੱਪੜੇ ਪਾਏ ਜੀ, ਰੇਸ਼ਮ ਦੇ ਕੱਪੜੇ ਪਾਏ, ਜੇ ਮੈਨੂੰ ਤਾਂ ਕੱਪੜਿਆਂ ਦੇ ਨਾਂ ਹੀ ਕੋਈ ਨਹੀਂ ਆਉਂਦੇ, ਅਨੇਕ ਪ੍ਰਕਾਰੀ ਕਹਿਤਾ, ਜਿੰਨੇ ਵੀ ਤੁਸੀਂ ਪਾਉਂਦੇ ਹੋ ਜਿਸ ਚੀਜ਼ ਦੇ ਹੀ ਬਣੇ ਆ। ਮਹਾਰਾਜ ਕਹਿੰਦੇ ਸਾਰੇ ਕੱਪੜੇ ਉਦੋਂ ਪਾ ਲੈ ਜਦੋਂ ਖਰੀ ਦਾ ਕੀਰਤਨ ਕੀਤਾ, ਪਰਮਾਤਮਾ ਦੇ ਗੁਣ ਗਾਏ ਹਨ। ਆਸਤੀ ਰਥ ਅਸ ਅਸਵਾਰੀ। ਹੁਣ ਤੀਸਰੀ ਗੱਲ ਕੀਤੀ, ਖਾਥੀ ਰਥ ਤੇ ਘੋੜਿਆਂ ਦੀ ਅਸਵਾਰੀ ਵੀ ਕਹਿੰਦੇ ਆ ਕਰਦੇ ਆ। ਕੌਣ ਕਰਦੇ ਆ ਜੀ? ਹਾਥੀ, ਘੋੜੇ ਤੇ ਰਥ, ਉਹਦੀ ਅਸਵਾਰੀ ਇਹ ਹੈ। ਹਰ ਕਾ ਮਾਰਗ ਹਿਰਦੈ ਨਿਹਾਰੀ। ਹਰ ਕਾ ਮਾਰਗ ਹਿਰਦੈ ਨਿਹਾਰੀ। ਆਪਣੇ ਹਿਰਦੇ ਵਿੱਚ ਝਾਤ ਮਾਰ ਕੇ ਵਾਹਿਗੁਰੂ ਜੀ ਦੇ ਰਸਤੇ ਨੂੰ ਦੇਖਣਾ, ਪਰਮਾਤਮਾ ਦੇ ਮਾਰਗ ਤੇ ਚੱਲਣਾ। ਇਹਦੇ ਅਰਥ ਇਉਂ ਕਰੀਏ ਕਿ ਸੁਰਤ ਦਾ ਸ਼ਬਦ ਨਾਲ ਜੁੜ ਜਾਣਾ, ਆਪਣੇ ਅੰਦਰੋਂ ਮਾਰਗ ਨਿਹਾਰਨਾ। ਫਿਰ ਬੇਨਤੀ ਕਹਿੰਦੇ ਨੇ, ਜਦੋਂ ਸ਼ਬਦ ਸੁਰਤ ਨਾਲ, ਸੁਰਤ ਸ਼ਬਦ ਚ ਮਿਲਦੀ ਹੈ, ਏਦੂ ਵੱਡਾ ਹਾਥੀ ਕਿਹੜਾ, ਘੋੜੇ ਕਿਹੜੇ, ਰਥ ਕਿਹੜੇ। ਲੋਕੀ ਇਹਨਾਂ ਤੇ ਸਬਰ ਕਰਦੇ, ਅਸੀਂ ਸੁਰਤ ਨੂੰ ਸ਼ਬਦ ਰਾਹੀਂ ਅੱਗੇ ਲਿਜਾਣੇ ਪਏਗਾ। ਮਹਾਰਾਜ ਕਹਿੰਦੇ ਇਹ ਹਿਰਦੇ ਵਿੱਚ ਝਾਤੀ ਮਾਰਨੀ, ਇਹ ਕੀਮਤੀ ਅਸਵਾਰੀ ਹੈ। ਮਨ ਤਨ ਅੰਤਰ ਚਰਨ ਧਿਆਇਆ। ਹਜ਼ੂਰ ਕਹਿੰਦੇ ਨੇ ਮਨ ਵਿੱਚ ਤਨ ਵਿੱਚ ਪਰਮਾਤਮਾ ਦੇ ਚਰਨਾਂ ਨੂੰ ਧਿਆਉਣਾ ਕੀਤਾ ਹੈ। ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਮਨ ਤਨ ਕਰਕੇ ਖਰੀ ਪਰਮਾਤਮਾ ਦੇ ਚਰਨ ਧਿਆਏ। ਸੁਖ ਨਿਦਾਨ ਦਾ ਲਫ਼ਜ਼ੀ ਅਰਥ ਹੈ ਸੁੱਖਾਂ ਦਾ ਖਜ਼ਾਨਾ। ਮੇਰੀ ਫਿਰ ਬੇਨਤੀ ਜੇ ਗੁਰਮਖੋ, ਆਤਮਕ ਸੁਖ ਦੀ, ਸ਼ਬਦ ਦੇ ਸੁਖ ਦਾ ਮੁਕਾਬਲਾ ਦੁਨੀਆ ਦਾ ਕੋਈ ਵੀ ਸੁਖ ਨਹੀਂ ਕਰ ਸਕਦਾ। ਭਾਵੇਂ ਉਹ ਵਾਸ਼ਨਾ ਦਾ ਹੋਵੇ, ਭਾਵੇਂ ਪਦਵੀ ਦਾ ਹੋਵੇ, ਭਾਵੇਂ ਧਨ ਦਾ ਹੋਵੇ। ਮਹਾਰਾਜ ਕਹਿੰਦੇ ਮਨ ਤਨ ਕਰਕੇ ਖਰੀ ਪਰਮਾਤਮਾ ਦੇ ਚਰਨ ਧਿਆਏ ਤੇ ਸੁੱਖਾਂ ਦਾ ਖਜ਼ਾਨਾ ਜਿਹੜਾ ਹੈ ਸੱਚੀ ਇਹ ਮਹਾਰਾਜ ਕਹਿੰਦੇ ਸੀ ਆਪਣੇ ਧੁਰ ਅੰਦਰ ਤੋਂ ਪਾ ਲਏ। ਦੁਬਾਰਾ ਤੁਕਾ ਪੜੋ, ਦੁਬਾਰਾ। ਮਨ ਤਨ ਅੰਤਰ ਚਰਨ ਧਿਆਇਆ। ਮਨ ਕਰਕੇ ਤਨ ਕਰਕੇ ਚਰਨ ਗੁਰੂ ਕਾ ਸ਼ਬਦ ਨਾਮ, ਉਹਨੂੰ ਧਿਆਉਣਾ ਕੀਤਾ ਹੈ। ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਪੰਚਮ ਪਾਤਸ਼ਾਹ ਕਹਿੰਦੇ ਨੇ ਸੁੱਖਾਂ ਦਾ ਖਜ਼ਾਨਾ, ਖੁਸ਼ ਸੁੱਖਾਂ ਦਾ ਜਿਹੜਾ ਖਜ਼ਾਨਾ ਹੈ, ਨਿਦਾਨ ਹੈ, ਉਹ ਅਸੀਂ ਧੁਰ ਆਪਣੇ ਅੰਦਰ ਤੋਂ ਪਾ ਲਿਆ ਹੈ। ਬੇਨਤੀ ਸਾਰੇ ਸ਼ਬਦ ਦੀ ਇੰਨੀ ਕੁ ਹੈ ਜੀ, ਕੱਲਾ ਮੈਂ ਆਪ ਜੀ ਨੂੰ ਨਹੀਂ ਕਹਿ ਰਿਹਾ, ਅਸੀਂ ਸਾਰੇ ਅਰਦਾਸ ਕਰੀਏ। ਅਸੀਂ ਵਿੱਚੇ ਐਵੇਂ ਦੂਜੇ ਨੂੰ ਕਹੀਏ ਤੇਰਾ ਅੰਦਰ ਤਮਾ ਚ ਹੈ। ਮੈਂ ਕੱਲ ਵੀ ਕਿਹਾ, ਅੰਦਰ ਦੀ ਫੱਟੀ ਦਾ ਤੇ ਸਭ ਨੂੰ ਪਤਾ ਹੈ, ਮੇਰੇ ਫੱਟੀ ਤੇ ਮੈਂ ਕਿਹੜੇ ਕਿਹੜੇ ਲੇਖ ਲਿਖੇ ਆ। ਮੈਨੂੰ ਆਪਣੀ ਫੱਟੀ ਦਾ ਪਤਾ ਹੈ, ਤੁਹਾਨੂੰ ਆਪਣੇ ਅੰਦਰ ਦਾ ਪਤਾ ਹੈ। ਪਰ ਇੱਕ ਅਰਦਾਸ ਕਰੀਏ, ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਸਾਡੀ ਰਸਨਾ ਵਿੱਚ, ਸਾਡੇ ਮਨ ਤੇ ਤਨ ਵਿੱਚ ਵਸ ਜਾਓ ਤੇ ਇਹਦੇ ਰਾਹੀਂ ਸਾਡੇ ਅੰਦਰ ਦੀ ਭੁੱਖਾਂ ਦੀ ਨਿਵਰਤੀ ਹੋ ਸਕੇ। ਇੰਨੀਆਂ ਕੁ ਬੇਨਤੀਆਂ ਅੱਜ ਸਵੀਕਾਰ ਕਰਿਓ। ਮੇਰੇ ਤੋਂ ਬੋਲਦਿਆਂ ਬਹੁਤ ਭੁੱਲਾਂ ਹੋਈਆਂ ਨੇ। ਸਾਧ ਸੰਗਤ ਆਪ ਅਸੀਸ ਬਖਸ਼ਿਓ। ਆਓ ਹਜ਼ੂਰ ਦੇ ਇਸ ਅੰਮ੍ਰਿਤ ਬਚਨ ਦੀਆਂ ਅੰਤਲੀਆਂ ਤੁਕਾਂ ਸਰਵਣ ਕਰੀਏ ਜੀ। ਮਨ ਤਨ ਅੰਤਰ ਚਰਨ ਧਿਆਇਆ।
ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।